ਵਾਹਿਗੁਰੂ 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 ਵਾਹਿਗੁਰੂ। ਭਾਈ ਗੁਰਦਾਸ ਜੀ ਵਾਰ ਸ਼ੁਰੂ ਕਰਨ ਲੱਗਾ। ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਪੱਖ ਲੈਣਾ ਚਾਹੁੰਦਾ। ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਕੀ ਕਿਹਾ ਸੀ, ਮੈਂ ਮਾਸਟਰ ਕੀ ਕਿਹਾ। ਕੁੰਜੀ ਮੈਂ ਕਿਹਾ ਭਾਈ ਗੁਰਦਾਸ ਜੀ ਮਾਸਟਰ ਕੀ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਉਹਨਾਂ ਦੀਆਂ ਵਾਰਾਂ ਵਿੱਚ ਇੱਕ ਵੀ ਗੱਲ ਬਾਹਰੀ ਨਹੀਂ, ਨਿਰੋਲ ਗੁਰੂਆਂ ਦਾ ਉਪਦੇਸ਼। ਇੱਕ ਗੱਲ ਵੇਖ ਲਈਏ, ਗੁਰੂਆਂ ਨੇ ਨਿਰੋਲ ਵਾਹਿਗੁਰੂ ਦੀ ਉਸਤਤ ਕੀਤੀ ਹੈ, ਭਾਈ ਸਾਹਿਬ ਜੀ ਨੇ ਨਿਰੋਲ ਗੁਰੂਆਂ ਦੀ ਉਸਤਤ ਕੀਤੀ ਹੈ। ਬਾਰ ਬਾਰ ਇਹੀ ਗੱਲ ਦੁਹਰਾਈ ਹੈ। ਕੁਝ ਪੁਆਇੰਟ ਨੋਟ ਕਰਨ ਵਾਲੇ। ਪਹਿਲਾ ਪੁਆਇੰਟ ਹੈ ਕਿ ਬਾਬਾ ਨਾਨਕ ਗੁਰੂਆਂ ਦਾ ਗੁਰੂ ਹੈ, ਅਬਨਾਸ਼ੀ ਗੁਰੂ ਹੈ। ਦੂਜਾ, ਬਾਬਾ ਨਾਨਕ ਆਦਿ ਹੈ। ਤੀਜਾ, ਬਾਬਾ ਨਾਨਕ ਕਰਤਾ ਹੈ, ਸ੍ਰਿਸ਼ਟੀ ਦਾ, ਕੁਦਰਤ ਦਾ। ਚੌਥਾ, ਬਾਬੇ ਨਾਨਕ ਤੋਂ ਬਗੈਰ, ਚਰਨੀ ਲੱਗਣ ਤੋਂ ਬਗੈਰ, ਅੰਮ੍ਰਿਤ ਛਕਣ ਤੋਂ ਬਗੈਰ ਰੱਬ ਨਹੀਂ ਮਿਲ ਸਕਦਾ। ਰੱਬ ਵੀ ਨਹੀਂ ਮਿਲਣਾ ਤੇ ਜੀਵਨ ਵੀ ਅਜਾਈਂ ਹੀ ਚਲੇ ਜਾਣਾ। ਪੰਜਵਾਂ, ਇੱਕ ਜਗ੍ਹਾ ਲਿਖਦੇ ਹਨ, ਗੁਰੂ ਨਾਨਕ ਤੋਂ ਬਗੈਰ ਗੁਰੂ ਹੀ ਕੋਈ ਨਹੀਂ। ਗੁਰੂ ਨਾਨਕ ਤੋਂ ਬਗੈਰ, ਇਹ ਵਾਰਾਂ ਵਿੱਚ ਆ ਜਾਣਾ ਸਾਰਾ, ਗੁਰੂ ਨਾਨਕ ਤੋਂ ਬਗੈਰ ਗੁਰੂ ਹੀ ਕੋਈ ਨਹੀਂ। ਦੇਹਧਾਰੀ ਗੁਰੂਆਂ ਨੂੰ ਝੂਠੇ, ਪਖੰਡੀ, ਦੰਭੀ, ਲੋਭੀ, ਲਾਲਚੀ ਲਿਖਦੇ ਹਨ। ਸੱਤਵਾਂ, ਬਾਕੀ ਸਾਰੇ ਧਰਮਾਂ ਨੂੰ ਝੂਠੇ ਆਖਦੇ ਹਨ। ਕੋਈ ਧਰਮ ਵੀ ਰੱਬ ਨੂੰ ਮਿਲਣ ਦਾ ਰਸਤਾ ਨਹੀਂ ਜਾਣਦਾ। ਅੱਠਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸਤਿਕਾਰ ਲਿਖਿਆ। ਨੌਵਾਂ, ਸੰਗਤ ਦੀ ਬਹੁਤ ਮਹਾਨਤਾ ਲਿਖੀ ਹੈ, ਸੰਗਤ ਤੋਂ ਬਗੈਰ ਬੰਦਾ ਜ਼ੀਰੋ ਹੈ। ਦਸਵਾਂ, ਵਾਹਿਗੁਰੂ ਨਾਮ ਜਪਣ ਦੀ ਮਹਾਨਤਾ ਲਿਖੀ ਹੈ। 11ਵਾਂ, ਸੱਚਖੰਡ ਬਾਰੇ ਬੜਾ ਕੁਛ ਲਿਖਿਆ। 12ਵਾਂ, ਗੁਰ ਇਤਿਹਾਸ ਵੀ ਲਿਖੇ। 13ਵਾਂ, ਗੁਰਸਿੱਖ ਨੂੰ ਬਹੁਤ ਨਿਰਮਾਨਤਾ ਵਾਲਾ, ਅਤ ਗਰੀਬੀ ਵਾਲਾ, ਪਰਪਕਾਰੀ ਧਰਤੀ ਤੇ ਤੁਰਦਾ ਫਿਰਦਾ ਗੁਰੂ ਨਾਨਕ ਲਿਖੇ। 14ਵਾਂ, ਪ੍ਰਚਾਰ ਕਰਨ ਦੀ ਪ੍ਰੇਰਨਾ ਦਿੱਤੀ ਹੈ। 15ਵਾਂ, ਚਰਨ ਧੂੜ ਦੀ ਬਹੁਤ ਮਹਾਨਤਾ ਲਿਖੀ ਹੈ। ਤੋ ਲਿਖਤ ਬਹੁਤ ਕਮਾਲ ਦੀ ਹੈ, ਕਮਾਲ ਹੀ ਕਮਾਲ ਹੈ। ਭਾਈ ਸਾਹਿਬ ਗਿਆਨ ਦਾ ਭੰਡਾਰ ਸਨ, ਕਮਾਲ ਦੇ ਕਵੀ ਸਨ, ਸੱਚਖੰਡ ਦੇ ਗਿਆਤਾ ਸਨ। ਭਾਈ ਸਾਹਿਬ ਗੁਰੂਆਂ ਦੀ ਤਰ੍ਹਾਂ ਆਦ ਸਨ। ਅੱਗੇ ਵੀ ਲਿਖਿਆ, 5 ਆਦ ਹਨ, ਵਾਹਿਗੁਰੂ, ਪਰਮਾਤਮਾ, ਰੱਬ ਆਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦ ਹਨ, ਸੱਚਖੰਡ ਆਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪ੍ਰਕਾਸ਼ ਹੈ। ਦਸੇ ਗੁਰੂ, 5 ਪਿਆਰੇ, 4 ਸਾਹਿਬਜ਼ਾਦੇ, ਭਗਤ, ਕੁਛ ਸੰਗਤ ਆਦ ਹੈ। ਵਾਹਿਗੁਰੂ ਸਿਮਰਨ ਆਦ ਤੋਂ ਹੋ ਰਿਹਾ। 5 ਗੱਲਾਂ ਤੋ ਤੁਸੀਂ ਇਹਨਾਂ 5 ਨੂੰ ਛੱਡ ਕੇ ਰੱਬ ਨੂੰ ਮਿਲ ਕੇ ਦਿਖਾ ਦਿਓ। ਰੱਬ ਨੂੰ ਮਿਲਣਾ ਦੂਰ ਦੀ ਗੱਲ ਹੈ, ਰੱਬ ਬਾਰੇ ਕੁਝ ਜਾਣ ਕੇ ਹੀ ਦਿਖਾ ਦਿਓ। ਤੁਸੀਂ ਹੁਣੇ ਹੀ ਅੰਦਰ ਝਾਤੀ ਮਾਰੋ, ਕੀ ਜਾਣਦੇ ਹੋ ਪਰਮਾਤਮਾ ਬਾਰੇ? ਜਾਣ ਵੀ ਨਹੀਂ ਸਕਦੇ। ਰੱਬ ਨੂੰ ਸਿਰਫ ਗੁਰੂ ਨਾਨਕ ਹੀ ਜਾਣਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਤੇ ਦਸੇ ਪਾਤਸ਼ਾਹੀਆਂ ਮੱਥਾ ਟੇਕਦੀਆਂ ਹਨ। ਤੋ ਇੱਕ ਪ੍ਰਾਣੀ ਨੂੰ 5 ਵਾਹਿਗੁਰੂ ਅੰਮ੍ਰਿਤ ਛਕਾਉਣ ਆਉਂਦੇ ਆ। ਛੋਟੀ ਮੋਟੀ ਗੱਲ ਆ, ਤੁਸੀਂ ਦੱਸੋ, ਆਪਾਂ ਕਦੇ ਚੰਗੀ ਤਰ੍ਹਾਂ ਪ੍ਰਚਾਰ ਹੀ ਨਹੀਂ ਕੀਤਾ। ਇੱਕ ਪ੍ਰਾਣੀ ਨੂੰ 5 ਵਾਹਿਗੁਰੂ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕਦਾ ਇੱਕ ਪ੍ਰਾਣੀ। ਅੱਜ ਵੀ ਆਉਂਦੇ ਹਨ। ਸਾਰੀ ਦੁਨੀਆ ਤੇ ਇੱਕੋ ਇੱਕ ਸੱਚਾ ਧਰਮ, ਸਿੱਖ ਧਰਮ, ਖਾਲਸਾ ਧਰਮ, ਬਾਬੇ ਨਾਨਕ ਦਾ ਦੱਸਿਆ ਰਾਹ, ਉਸ ਨੂੰ ਖਤਮ ਕਰਨ ਦੇ ਯਤਨ ਹੋ ਰਹੇ ਹਨ। ਕੀ ਹੋ ਸਕਦਾ ਹੈ? ਖਤਮ ਕਰਨ ਵਾਲਾ ਹੀ ਖਤਮ ਹੋ ਰਿਹਾ। ਬਾਣੀ ਵਾਰਾਂ ਵਿਚਾਰ ਕੇ ਪੜ੍ਹੋ, ਫਿਰ ਫੋਨ ਕਰੋ। ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਤ ਖਤਮ ਕਿਵੇਂ ਹੋ ਜਾਏਗਾ? ਹਾਂ, ਤੁਹਾਨੂੰ ਕੋਈ ਡਾਊਟ ਹੈ ਤੇ ਮੈਨੂੰ ਫੋਨ ਜ਼ਰੂਰ ਕਰੋ। ਮੇਰਾ ਫੋਨ ਨੰਬਰ ਨੋਟ ਕਰ ਲਓ, 9915097565। ਨੋਟ ਕਰ ਲਓ ਨੰਬਰ, ਦੁਬਾਰਾ ਬੋਲ ਦੇਣਾ, 9915097565। ਕੋਈ ਗੱਲ ਤੁਹਾਨੂੰ ਲੱਗੇ ਕਿ ਮੈਂ ਗੁਰੂ ਤੋਂ ਬਾਹਰ ਹੀ ਕਹੀ ਆ, ਮੈਨੂੰ ਤੁਸੀਂ ਫੋਨ ਕਰੋ। ਐਸਾ ਕੋਈ ਪੱਖ ਹੀ ਨਹੀਂ, ਐਸੀ ਕੋਈ ਗੱਲ ਹੀ ਨਹੀਂ। ਚਾਲੀ ਵਾਰਾਂ ਭਾਈ ਸਾਹਿਬ ਨੇ ਲਿਖੇ ਹੈ। ਸੋ ਪਹਿਲੀ ਵਾਰ ਸ਼ੁਰੂ ਕਰਨ ਲੱਗੇ, ਏਕ ਓਂਕਾਰ ਸਤਿ ਗੁਰ ਪ੍ਰਸਾਦ।
पौड़ी पहली मंगलाचरण है। नमस्कार गुरुदेव को सतनाम जिस मंत्र सुनाया। नमस्कार गुरुदेव को गुरु गुरु हनेरे चो चानन करने वाला गुरु देव प्रकाश सतनाम विशेषण है। सच्चा नाम जो सुदेवी है जो आज जुगात तो जपिया जा रहा है जपिया जाना है। रहिंदी दुनिया तक दुनिया खत्म ही हो जाए तां भी जपिया जाना है। उन्होंने सतनाम तां कहीदा। तो सचखंड वाहिगुरू 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 जपिया जा रहा है। आज तो अज भी अगे भी हमेशा ही वाहिगुरू ही जपिया जाना है। सतनाम वाहिगुरू का विशेषण है। आप नाम नहीं नाम वाहिगुरू है तो ये सदैवी है सदैवी रहना। अर्थ मेरी बाबे नानक नू नमस्कार है। नमस्कार गुरुदेव को गुरुदेव मेरी बाबे नानक नू नमस्कार है। मैं मत्था टेकदा पूजदा। मेरी श्री गुरु ग्रंथ साहब जी नू नमस्कार है जो हनेरे विचों शरीर हनेरे विच प्रकाश करने वाला रब्बी प्रकाश दियो जिसने रब दा सच्चा नाम वाहिगुरू जो सचखंड जपिया जा रहा है। तो ये रब दा गुरमंत्र है वाहिगुरू। बाबे नानक ने सृष्टि नू सुनाया सतनाम जिस मंत्र सुनाया। अमृत छकन लग्या वाहिगुरू नाम जपन का ही उपदेश दिता। अज भी दिता जाता है हमेशा दिता जाएगा कि सारिया ने वाहिगुरू नाम जपना है। वाहिगुरू भवजल विचों कढ़ के मुक्त पदार्थ माए समाया। भवजल विकारां दी अग नाल भरे संसार यह सारा शरीर ही है। भवजल उत्थे किहड़ा अटलांटिक ओशन आ। शरीर इन्ना गंदा है कि समुंदर नालों भी डूंगा है। इहदी नहीं समझ आ सकती। अथाह है विकारां दी अग नाल भरे संसार शरीर मुक्त पदार्थ जीवन मुक्ति वाहिगुरू सिमरन। सो विकारां दी अग विच सड़ रही जीवां नूं सड़ रहे जीवां नूं अमृत छका के चरनामृत दे के वाहिगुरू नाम सिमरन दिता जो जीवन मुक्ति है। ते सिमरन विच जीव समा गया वाहिगुरू विच समा गया। भवजल विचों कढ़ लिया ना शरीर विचों कढ़ लिया। मुक्त पदार्थ माए समाया। जन्म मरण भौ गया भौ कट्टिया संसार रोग विजोग मिटाया। जन्म मरण भौ डर तो जम्मन मरण दा 84 लाख गेड़ दा डर ही खत्म कर दिता। गुरसिख नरकां में जा ही नहीं सकता समझा दिता। नरकां ही मेरे हुक्म विच हन गल समझा दिती। ये सहम दा रोग ही खत्म कर दिता। सो जीव तो रब जो विछड़िया होया सी विछोड़ा खत्म कर दिता रब नाल मिला दिता। संसार रोग विजोग मिटाया। संसार ये संसार है जन्म मरण में दुख सुबाया। तो सारे संसार नूं सहम ही है कि 84 लाख जूना भुगतनिया सारियां तो वड्डा दुख सुबाया। तो जम डंड सिरों ना उतरे साखत दुर्जन जन्म गवाया। वाहिगुरू दा हुक्म अनुसार है। अज साइंस की तो आप गल नहीं करते। साइंस तो खैर रब नूं मनदी नहीं। अज दा प्रचारक जां किसी नूं बहुता ज्ञान नहीं। रब की खेड है शरीर नूं। मैं तुहानूं अगे भी कहा सारी ध्यान नाल कथा सुनोगे तुहानूं गल समझ आ जाएगी। शरीर मैं क्या वाहिगुरू जी शरीर बड़ा गंदा है। जे शरीर गंदा ना हुंदा तो तू वाहिगुरू ही आ। फिर मेरी खेड की हुई है। मैच होना बड़ा तकड़ा। देखो ना बराबर दियां टीमां हुंदियां ਜਿਹੜਾ ਜਿੱਤ ਜਾਂਦਾ ਲੱਖਾਂ ਰੁਪਈਏ ਜਿੱਤ ਜਾਂਦਾ ਲੱਖਾਂ। ਫਿਰ ਬਿਲੀਅਨ ਡਾਲਰ ਇਨਾਮ ਵੰਡਿਆ ਸੀ ਸਾਰੀ ਟੀਮ ਨੂੰ ਆਪਾਂ ਜਦੋਂ ਵਰਲਡ ਕੱਪ ਜਿੱਤੇ ਆ। तो जितना बड़ा मुश्किल है बहुत जितना मुश्किल है। तो इसलिए जे शरीर चंगा हुंदा फिर तू रब ही है। रब नूं मिलना की औखा सी। इहो ही तां खेड है। हुण खेड शरीर ऑलरेडी गंदा। माँ इहदी माया माँ हुंदी माया काम हर गंदे चीज़ की। जिवें मैं अगे भी समझाया तुहानूं पहलां भी समझा चुका। बलात्कार कौन कीता? वो माया ने कराया। माँ ने हर गंदे चीज़ की माँ आ। बैंक लुट्टन चले गए कैशियर मारता बैंक मैनेजर मारता। किने मारिया? माया ने।
ਹਰ 3 ਸਾਲ ਦੀ ਕੁੜੀ ਨਾਲ ਬਲਾਤਕਾਰ ਕਿਹਨੇ ਕਰਾਇਆ? ਮਾਇਆ ਨੇ। ਮਤ ਭੁੱਲੋ ਮਾਨਕ ਜਨ ਮਾਇਆ ਪਰਮਾਇਆ। ਕਦੀ ਇਹ ਜ਼ਿੰਦਗੀ 'ਚ ਖਿਆਲ ਨਾ ਭੁੱਲੀ ਕਿ ਤੈਨੂੰ ਕਿਹਨੇ ਭਟਕਾਤਾ, ਤੂੰ ਮੇਰੇ ਨਾਲ ਟੁੱਟ ਕਿਵੇਂ ਗਿਆ, ਮੇਰੇ ਨਾਲ ਵਿਛੜ ਕਿਵੇਂ ਗਿਆ। ਮਾਇਆ। ਮਾਇਆ ਕੌਣ ਹੈ? ਮਾਂ। ਕਿਹਦੀ ਮਾਂ? ਜੋ ਗੰਦ ਤੂੰ ਦੇਖ ਰਿਹਾ ਉਹਦੀ ਮਾਂ। ਔਰਤ ਦਾ ਧੰਦਾ ਕੌਣ ਕਰਦਾ? ਮਾਇਆ। ਮਾਇਆ। ਕੰਜਰੀਆਂ ਕੋਲ ਕੌਣ ਜਾਂਦਾ? ਮਾਇਆ। ਮਾਂ ਭੇਜਦੀ ਆ। ਸੋ ਮਾਇਆ ਤੋਂ ਭਾਵ ਸੀ ਮਾਇਆ ਕਰੰਸੀ ਦਾ ਨਾਂ ਨਹੀਂ, ਮਾਇਆ ਡਾਲਰਾਂ ਦਾ ਨਾਂ ਨਹੀਂ, ਮਾਇਆ ਰੁਪਈਆਂ ਦਾ ਨਾਂ ਨਹੀਂ, ਮਾਇਆ ਪੌਂਡਾਂ ਦਾ ਨਾਂ ਨਹੀਂ। ਮਾਇਆ ਜੋ ਜਾਣਦਾ ਗੰਦਾ ਕੰਮ ਉਹਦਾ ਨਾਮ ਮਾਇਆ। ਬਸ ਮਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮਾਂ ਆ। ਈਰਖਾ ਦਵੈਖ ਨਿੰਦਾ ਚੁਗਲੀ ਤੇਰ ਮੇਰ ਵਿਤਕਰਾ ਲੜਾਈ ਝਗੜਾ ਉਹਦੀ ਮਾਂ ਆ। ਨਿੰਦਾ ਚੁਗਲੀ ਦੀ ਮਾਂ ਆ। ਬਸ ਹੁਣ ਉਹ ਮਾਂ ਸਰੀਰ ਹਉਮੈ, ਇਹ 3 ਗੱਲਾਂ ਧਿਆਨ ਰੱਖੋ। ਉਹ ਮਾਂ ਵੀ ਰਲ ਗਈ। ਇਹ ਸਰੀਰ ਮਾਇਆ ਦਾ ਪੁਤਲਾ, ਮਾਇਆ ਦਾ ਪੁਤਲਾ। ਪੁੱਤਰ ਤਾਂ ਉਹਦਾ ਹੀ ਆ, ਪੁਤਲਾ ਹੈ ਭਾਵੇਂ, ਪਰ ਹੈ ਤਾਂ ਮਾਇਆ ਦਾ ਹੀ। ਸਰੀਰ ਮਾਇਆ ਵਿੱਚ ਹਉਮੈ ਦ੍ਰਿਸ਼ਟੀ ਪਾਈ ਨਾਲ ਹਉਮੈ। ਆਈ ਟੋਲਡ ਯੂ ਬਿਫੋਰ ਆਲਸੋ। ਸਰੀਰ ਦੀ ਡਾਈਟ ਕੀ ਆ, ਖੁਰਾਕ ਕੀ ਆ? ਸੁਣੋ, ਵੈਲਥ ਭਾਵੇਂ ਵੱਡੀ ਲੈਣੀ ਪਵੇ, ਧੀ ਭੈਣ ਵੀ ਵੇਚ ਦਿੰਦਾ, ਮਾਇਆ ਮਿਲਣੀ ਚਾਹੀਦੀ ਹੈ। ਵਾਈਨ ਖਾਣ ਪੀਣ ਦੀ ਆਸ਼ਾ ਨਹੀਂ ਚਾਹੀਦੀ ਹੈ। ਵੂਮਨ ਉਹਦੇ ਬਗੈਰ ਤਾਂ ਆਪਣਾ ਇਹਦਾ ਸਰੀਰ ਦਾ ਗੁਜ਼ਾਰਾ ਹੀ ਨਹੀਂ, ਉਹਦੇ ਬਗੈਰ ਗੁਜ਼ਾਰਾ ਨਹੀਂ। ਈਗੋ, I should be prominent figure in the world। ਬਸ ਇਹ 5 ਗੱਲਾਂ ਪਲੱਸ ਹੋ ਗਈਆਂ, ਵੈਸੇ 3 ਨੇ। ਵਾਈਨ, ਵੂਮਨ, ਵੈਲਥ। ਪਲੱਸ 2 ਹੋ ਗਈਆਂ ਕਿ ਜਿਹੜੀ ਵੈਲਥ ਹੈ ਉਹ ਭਾਵੇਂ ਵੱਡੀ ਲੈ ਕੇ ਬੰਦਾ ਮਾਰ ਕੇ ਨਾ ਲਿਆਉਣੀ ਪਵੇ, ਬੈਂਕ ਲੁੱਟ ਕੇ ਨਾ ਲਿਆਉਣੀ ਪਵੇ, ਉਹ ਵੈਲਥ ਨਾਲ ਪਲੱਸ ਹੈ। ਵੱਡੀ ਤਾਂ ਕਿਹਾ, ਵੱਡੀ ਬਹੁਤ ਗੰਦੀ। ਬਾਬੇ ਨੇ ਵੱਡੀ ਨੂੰ ਤਾਂ ਬਹੁਤ ਮਾੜਾ ਕਿਹਾ, ਬੰਦੇ ਦਾ ਕਤਲ ਕਰਨ ਦੇ ਬਰਾਬਰ ਕਿਹਾ, ਰਾਤੀ ਮਾਨਸ ਖਾਣੇ। ਵੱਡੀ ਨੂੰ ਤਾਂ ਬੰਦਾ ਮਾਰਨ ਦੇ ਬਰਾਬਰ ਕਿਹਾ। ਤੋ ਵੱਡੀ ਬਾਬਾ ਲਾਈਕ ਨਹੀਂ ਕਰਦਾ, ਮੈਂ ਤਾਂ ਵੱਡੀ ਦਾ ਨਾਂ ਲੈ ਰਿਹਾ। ਐਕਚੁਅਲੀ ਜਿਹੜੀ ਵੱਡੀ ਹੈ ਉਹ ਮਾਇਆ ਹੀ ਹੈ, ਉਹ ਵੈਲਥ ਹੀ ਹੈ। ਖਾਣ ਪੀਣ ਨੂੰ ਸ਼ਰਾਬ ਪਾਣੀ ਚਾਹੀਦਾ, ਤੁਹਾਨੂੰ ਪਤਾ, ਫਿਰ ਖਾਣ ਪੀਣ ਚਾਹੀਦਾ ਤੇ ਔਰਤ ਨਾਲ ਚਾਹੀਦੀ ਹੈ। ਪਲੱਸ ਜਿਹੜੀ ਹੈ ਉਹ ਈਗੋ, ਹਉਮੈ। ਬਸ ਇਹ 4 ਪੁਆਇੰਟ ਨੇ, 5 ਪਲੱਸ ਹੋ ਗਏ ਨੇ, ਨਹੀਂ 4 ਹੀ ਨੇ। ਤੋ ਉਹਦੇ ਨਾਲ ਹੁਣ ਧਰਮਰਾਜ ਰਲ ਗਿਆ ਇਹਨਾਂ ਨਾਲ। ਧਰਮਰਾਜ ਨੇ ਵੀ ਕਿਹਾ ਵੀ 2 ਜਮਦੂਤ ਮੈਂ ਖੜੇ ਕਰ ਦੇਣਾ, ਕੀ ਡਿਊਟੀ ਲਾਈ ਆ? ਹੁਣ ਆਪਾਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਕਿਉਂ ਭਈ? ਇਹ ਅਦ੍ਰਿਸ਼ਟ ਹੈ ਖੇਡ, ਦ੍ਰਿਸ਼ਟਾਮਾਨ ਖੇਡ ਨਹੀਂ ਹੈ। ਮੈਂ ਅੱਗੇ ਵੀ ਕਿਹਾ, ਹੁਣ ਮਿਸ਼ਨਰੀ ਜਿਹੜੀ, ਮੈਂ 15 ਸਾਲ ਮਿਸ਼ਨਰੀ ਦਾ ਪ੍ਰਚਾਰਕ ਰਿਹਾ। ਮਿਸ਼ਨਰੀ ਜਿਹੜੀ ਹੈ ਉਹ ਸਰੀਰ ਤੱਕ ਖੜੀ ਹੈ, ਜੰਮੇ ਤੇ ਮਰ ਜਾਏ ਨਹੀਂ। ਖੇਡ ਹੀ ਸਾਰੀ ਮਰਨ ਤੋਂ ਬਾਅਦ ਸ਼ੁਰੂ ਹੋਣੀ ਹੈ। ਜੰਮੇ ਤੇ ਮਰ ਜਾਏ ਤਾਂ ਸਾਰੀ ਕੁਦਰਤ ਉਹਨੇ ਖੇਡ ਬਣਾਈ ਹੈ। ਉਹਨੇ ਕਿਹਾ ਨਹੀਂ, ਤੇਰਾ ਮੈਂ ਮਰਨ ਤੋਂ ਬਾਅਦ ਹਿਸਾਬ ਲੈਣਾ ਹੈ। ਆਏਗਾ, ਅੱਗੇ ਆਏਗਾ ਸਭ ਕੁਛ। ਬਾਣੀ ਵਿੱਚ ਵੀ ਆਏਗਾ, ਇੱਥੇ ਭਾਈ ਗੁਰਦਾਸ ਵਿੱਚ ਵੀ ਆਏਗਾ। ਸੋ ਇਹ ਗੱਲਾਂ ਬਹੁਤ ਨੋਟ ਕਰਨ ਵਾਲੀਆਂ। ਭਾਈ ਗੁਰਦਾਸ ਨੂੰ ਮੈਂ ਰਿਕਾਰਡ ਕਰਨਾ ਚਾਹੁੰਦਾ। ਮੈਂ ਕਿਹਾ ਸੀ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਭਾਈ ਗੁਰਦਾਸ ਨੂੰ ਮੈਂ ਰਿਕਾਰਡ ਕਰਨਾ ਚਾਹੁੰਦਾ। ਬਾਣੀ ਮੈਂ ਕਰ ਲਈ, ਆਸਾ ਦੀ ਵਾਰ ਤੱਕ ਹੋ ਚੱਲੀ ਹੈ। ਉਸ ਤੋਂ ਬਾਅਦ ਮੈਂ ਭਾਈ ਗੁਰਦਾਸ ਨੂੰ ਵੀ ਲੈਣਾ ਚਾਹੁੰਦਾ। ਭਾਈ ਗੁਰਦਾਸ ਦੇ ਕਵਿਤ ਬੜੇ ਔਖੇ ਅਜੇ ਉਹ ਸਮਝਣ ਵਾਲੇ ਆ, ਉਹ ਵੀ ਲੈਣਾ ਚਾਹੁੰਦਾ। ਟਾਈਮ ਲੱਗੇਗਾ, ਇਟ ਟੇਕਸ ਟਾਈਮ। ਇੱਕ ਦਿਨ ਦੀ ਖੇਡ ਨਹੀਂ ਹੈਗੀ। ਸੋ ਤੁਸੀਂ ਪਿਆਰ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਸੋ ਜਮਦੂਤ ਵੀ 2 ਖੜੇ ਆ ਧਰਮਰਾਜ ਦੇ ਹੁਕਮ ਅਨੁਸਾਰ। ਜਿੰਨਾ ਗੰਦਾ ਉਹਨੇ ਜਮਦੂਤ ਵੱਧ ਜਾਂਦੇ ਆ। ਉਹਦੇ ਕੰਮ ਕਾਰ ਦੇਖ ਕੇ ਵੈਸੇ ਜਮਦੂਤ 2 ਆ, 2। ਜੇ ਉਹਦਾ ਕੰਮ ਕਾਰ ਉਦਾਂ ਦਾ ਹੀ ਆ, ਦੇਹਧਾਰੀ ਗੁਰੂ ਤੇ 5-6 ਖੜੇ ਆ। ਇਹਨੂੰ ਸਾਰੀ ਉਮਰ ਅਕਲ ਨਹੀਂ ਆਉਣ ਦੇਣੀ। ਹਿੰਦੂ ਤੇ 3-4 ਖੜੇ ਆ, ਸਮਗਲਰ ਤੇ 5-6 ਖੜੇ ਆ, ਚੋਰ ਨਾਲ 5-6 ਖੜੇ ਆ। ਸਾਰੀ ਉਮਰ ਅਕਲ ਨਹੀਂ ਆਉਣ ਦੇਣੀ। ਉਹ ਬਾਬੇ ਨੇ ਹੀ ਪਲਟਾਇਆ ਪਿਆ। ਸੋ ਜਿਵੇਂ ਜਿਵੇਂ ਤੁਹਾਡਾ ਕੰਮ ਹੈ, ਕਾਰੋਬਾਰ ਹੈ, ਜੂਆ ਖੇਡਦਾ, 5-6 ਖੜੇ ਆ। ਲੈ ਉਹਨਾਂ ਸਿੱਧੇ ਰਸਤੇ ਨਹੀਂ ਆਉਣ ਦੇਣਾ ਤੁਹਾਨੂੰ। ਲਾ ਲਓ ਜੋ ਸਿੱਧੇ ਰਸਤੇ, ਉਹ ਜਮਦੂਤ। ਸੋ ਇੱਥੇ ਹੀ ਲਿਖਿਆ, ਜਮ ਡੰਡ ਸਿਰੋਂ ਨਾ ਉਤਰੇ। ਇੱਕ ਮੇਰੀ ਹੋਰ ਬੜੀ ਪਿਆਰ ਨਾਲ ਗੱਲ ਸੁਣਨ ਵਾਲੀ ਹੈ। 2 ਜਮਦੂਤ ਖੜੇ, ਚੱਲ ਆਪਾਂ ਮਿਨੀਮਮ 2 ਲਾ ਲੈਂਦੇ ਹਾਂ। ਜਮ ਡੰਡ ਸਿਰੋਂ ਨਾ ਉਤਰੇ, ਉਹਦਾ ਭਾਈ ਉਹ ਜਮ ਦਾ ਡੰਡ ਸਿਰੋਂ ਉਤਰਨਾ ਨਹੀਂ, ਉਹਦਾ ਸਿਰ ਤੇ ਹੀ ਖੜਾ। ਸਾਕਤ ਰੱਬ ਨਾਲ ਟੁੱਟਾ ਹੋਇਆ, ਦੁਰਜਨ ਭੈੜੀ ਮੱਤ ਵਾਲਾ, ਜਨਮ ਗਵਾਇਆ। ਉਹਨੇ ਅੰਮ੍ਰਿਤ ਹੀ ਨਹੀਂ ਛਕਿਆ, ਆਪਣਾ ਜਨਮ ਹੀ ਗਵਾ ਲਿਆ। ਜਨਮ ਅਜਾਈ ਚਲਾ। ਇਹ ਇੱਕ ਸੀਰੀਅਲ ਬਣਾਉਣਾ ਚਾਹੀਦਾ ਕਿ ਆਪਾਂ ਕਿਵੇਂ ਤਰਸ ਰਹੇ ਸੀ। ਹੇ ਬਾਬਾ ਨਾਨਕ ਸਾਨੂੰ ਕੱਢ, ਹੇ ਸੱਚੇ ਪਾਤਸ਼ਾਹ ਦੇਖ ਮੈਂ ਕਿਰਲੀ ਦੀ ਜੂਨ 'ਚ ਮੈਨੂੰ ਕੱਢ, ਮੈਂ ਕੁੱਤੇ ਦੀ ਜੂਨ 'ਚ ਮੈਨੂੰ ਕੱਢ, ਹੇ ਵਾਹਿਗੁਰੂ ਮੈਂ ਸੱਪ ਦੀ ਜੂਨ 'ਚ ਮੈਨੂੰ ਕੱਢ, ਹੇ ਵਾਹਿਗੁਰੂ ਮੈਂ ਕਾਕਰੋ ਜਾਂ ਮੈਨੂੰ ਕੱਢ। ਆਪਾਂ ਕਿਵੇਂ ਇਹ ਦੱਸਣਾ ਚਾਹੀਦਾ ਤੇ ਆਪਾਂ ਕਿਵੇਂ ਮਿੰਨਤਾਂ ਕਰਦੇ ਸੀ ਤੇ ਗੁਰੂ ਸਾਹਿਬ ਨੇ ਫਿਰ ਮਿਹਰ ਕੀਤੀ, ਸਾਨੂੰ ਉੱਥੋਂ ਕੱਢ ਲਿਆ।
ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਾਨੂੰ ਕੱਢ ਲਿਆ ਤੇ ਮਨੁੱਖਾ ਜਨਮ ਦਿੱਤਾ ਤਾਂ ਅਸੀਂ ਵਾਅਦਾ ਕੀਤਾ ਗੁਰ ਸੇਵਾ ਤੇ ਭਗਤ ਕਮਾਈ। ਮੈਂ ਗੁਰੂ ਨਾਨਕ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੂੰਗਾ, ਭਗਤੀ ਦੀ ਕਮਾਈ ਕਰੂੰਗਾ, ਤਬ ਇਹ ਮਾਨਸ ਦੇਈ ਪਾਈ। ਤਾਂ ਗੁਰੂ ਨਾਨਕ ਨੇ ਇਹ ਵਾਅਦੇ ਤੋਂ ਬਾਅਦ ਸਾਨੂੰ ਉੱਥੋਂ ਕੱਢਿਆ, ਵਾਅਦਾ ਲੈਣ ਤੋਂ ਬਾਅਦ ਸਾਨੂੰ ਉੱਥੋਂ ਕੱਢਿਆ। ਇਹ ਗੱਲ ਬੜੀ ਨੋਟ ਕਰਨ ਵਾਲੀ ਹੈ। ਤੋ ਫਿਰ ਸਾਖਤ ਦੁਰਜਨ, ਫਿਰ ਇਹਨਾਂ ਨੇ ਅੰਮ੍ਰਿਤ ਹੀ ਨਾ ਛਕਿਆ। ਉੱਥੋਂ ਤੇ ਵਾਅਦਾ ਕਰਦੇ ਸੀ ਭਗਤੀ ਕਰਾਂਗੇ, ਗੁਰੂ ਦੀ ਸੇਵਾ ਕਰਾਂਗੇ, ਇੱਥੇ ਆ ਕੇ ਅੰਮ੍ਰਿਤ ਹੀ ਨਾ ਛਕਿਆ ਤੇ ਸਾਖਤ ਦੁਰਜਨ ਜਨਮ ਗਵਾਇਆ। ਉਹਨਾਂ ਨੇ ਆਪਣਾ ਜਨਮ ਅਜਾਈ ਗਵਾ ਲਿਆ ਭਾਈ। ਸੋ ਜੰਮ ਜੰਡ ਸਿਰੋਂ ਨਾ ਉਤਰੇ, ਨਹੀਂ ਭਾਈ ਇਹ ਨਹੀਂ ਉਤਰਨਾ, ਕਦੀ ਵੀ ਨਹੀਂ ਉਤਰਨਾ, ਕਦੀ ਵੀ ਨਹੀਂ ਉਤਰਨਾ। ਖੇਡ ਹੀ ਇਹ ਆ। ਸੋ ਜਮਾ ਦਾ ਡੰਡ ਸਿਰ ਤੋਂ ਅੰਮ੍ਰਿਤ ਛਕਣ ਤੋਂ ਬਗੈਰ ਉਤਰ ਨਹੀਂ ਸਕਦਾ, ਕਦੀ ਨਹੀਂ ਉਤਰ ਸਕਦਾ, ਹੋਰ ਕੋਈ ਤਰੀਕਾ ਹੀ ਨਹੀਂ। ਤੋ ਰੱਬ ਤੋਂ ਟੁੱਟੇ ਹੋਏ ਭੈੜੀ ਮੱਤ ਵਾਲੇ ਨੇ ਅੰਮ੍ਰਿਤ ਹੀ ਨਾ ਛਕਿਆ ਤੇ ਮਨੁੱਖਾ ਜਨਮ ਜੋ ਬਹੁਤ ਕੀਮਤੀ ਸੀ ਅਜਾਈ ਚਲਾ ਗਿਆ। ਹੁਣ ਦੂਸਰਾ ਜੰਮ ਡੰਡ ਦੀ ਗੱਲ ਕਰਦੇ ਹਾਂ। ਜੰਮ ਡੰਡ ਆਪਾਂ ਨੂੰ ਜਨਮ ਮਿਲ ਗਿਆ। ਜਨਮ ਤੁਹਾਨੂੰ ਦੱਸਦੇ ਆਏ ਉਹ ਮਾਇਆ ਸਾਰੀਆਂ ਗੱਲਾਂ ਤੁਹਾਨੂੰ ਦੱਸਤੀਆਂ। ਉੱਥੇ 2 ਜਮਦੂਤ ਖੜੇ ਕਰਾਤੇ। ਹਾਂ, ਹੁਣ ਸ੍ਰਿਸ਼ਟੀ ਵਿੱਚ ਕਿਸੇ ਕੋਲ ਪਾਵਰ ਹੋਵੇ ਕਿ ਇਹ ਜਿਹੜੇ 2 ਜਮਦੂਤ ਖੜੇ ਆ ਵਾਪਸ ਚਲੇ ਜਾਣ, ਮੈਂ ਉਹਦੇ ਮੱਥਾ ਟੇਕਣ ਨੂੰ ਤਿਆਰ ਹਾਂ। ਹਰ ਬੰਦੇ ਕੋਲ 2 ਜਮਦੂਤ ਖੜੇ ਆ। ਇਹ ਤਾਂ ਆਤਮਾ ਦੇਖ ਸਕਦੀ ਆ, ਸਰੀਰ ਨਹੀਂ ਦੇਖ ਸਕਦਾ। ਮੈਂ ਅੱਗੇ ਵੀ ਗੱਲ ਸਮਝਾਈ ਸੀ, ਸਰੀਰ ਦਰਸ਼ਨ ਨਹੀਂ ਕਰਦਾ, ਸਰੀਰ ਸੱਚਖੰਡ ਨਹੀਂ ਜਾਂਦਾ, ਸਰੀਰ ਗੁਰੂ ਨਾਨਕ ਨੂੰ ਨਹੀਂ ਮਿਲ ਸਕਦਾ, ਮਾਂ ਭੈਣ ਨੂੰ ਮਿਲ ਸਕਦਾ, ਬਾਕੀ ਸਭ ਨੂੰ ਸਰੀਰ ਨੂੰ ਮਿਲ ਸਕਦਾ, ਜੋਤ ਨੂੰ ਨਹੀਂ ਮਿਲ ਸਕਦਾ। ਜੋਤ ਨੂੰ ਜੋਤ ਮਿਲੂਗੀ। ਸਾਰੇ ਗੁਰੂ ਗ੍ਰੰਥ ਸਾਹਿਬ ਦੱਸੋ ਕਿਤੇ ਸਰੀਰ ਦਾ ਜੋਤ ਮਿਲੀ, ਜੋਤ ਮਿਲੀ ਤੇ ਜੋਤ ਨੂੰ ਹੀ ਪ੍ਰਗਟ ਕਰਨਾ ਹੈ। ਗੁਰਸਾਖੀ ਜੋਤ ਪ੍ਰਗਟ ਹੋਈ, ਜੋਤ ਪ੍ਰਗਟ ਕਰਨੀ ਹੈ। ਤੋ ਇਸ ਲਈ ਉਹ ਹੁਣ ਆਮ ਕੋਈ ਬੰਦਾ ਨਹੀਂ ਮੰਨਦਾ, ਕੋਈ ਪ੍ਰਚਾਰਕ ਨਹੀਂ ਮੰਨਦਾ। ਤੋ ਮੈਂ ਇੱਕ ਗੱਲ ਕਹਿਣਾ, ਚਲੋ ਨਹੀਂ ਮੰਨਦੇ, ਹੁਣ ਮੈਂ ਉਹਦੇ ਆਈ ਕਾਂਟ ਸੇ ਐਨੀਥਿੰਗ, ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ। ਇਹ ਤਾਂ ਆਪਣੀ ਆਪਣੀ ਪੜ੍ਹਾਈ ਆ। ਤੇ ਕੋਈ ਦੁਨੀਆ ਦਾ ਐਸਾ ਧਰਮ ਹੈ ਕਿ ਇਹ ਜਮਦੂਤਾਂ ਨੂੰ ਵਾਪਸ ਭੇਜ ਦੇਵੇ। ਤੇ ਜੇ ਆਪਾਂ ਆਪਣੀ ਸਾਡੀ ਗੱਲ ਸੁਣ ਲਓ, ਬਾਬੇ ਨਾਨਕ ਦੀ ਪਾਵਰ ਦੱਸਣ ਲੱਗਾ। ਅੱਜ ਆਪਾਂ ਸੰਗਤ ਵਿੱਚ ਬੈਠੇ ਹਾਂ, ਕਿਸੇ 2-4 ਪ੍ਰਾਣੀਆਂ ਨੇ ਇਹ ਗੱਲ ਮਨ 'ਚ ਸੋਚ ਲਈ ਕਿ ਅਸੀਂ ਅੰਮ੍ਰਿਤ ਛਕਣਾ ਹੈ। ਕੱਲ ਬਈ ਅੰਮ੍ਰਿਤ ਸੰਚਾਰ ਹੈ, ਪਰਸੋਂ ਹਾਂਜੀ ਐਤਵਾਰ ਅੰਮ੍ਰਿਤ ਸੰਚਾਰ ਹੈ, ਅਸੀਂ ਭਾਈ ਅੰਮ੍ਰਿਤ ਛਕਣਾ ਹੈ। ਤੁਸੀਂ ਸਿਰਫ ਅਜੇ ਮਨ 'ਚ ਸੋਚਿਆ ਹੈ, ਇਹ ਜਮਦੂਤਾਂ ਨੇ ਵਾਪਸ ਚਲੇ ਜਾਣਾ। ਧਰਮਰਾਜ ਨੇ ਪੁੱਛਣਾ ਤੁਸੀਂ ਵਾਪਸ ਕਿਉਂ ਆ ਗਏ? ਪਰਸੋਂ ਉੱਥੇ ਅੰਮ੍ਰਿਤ ਸੰਚਾਰ ਹੋ ਰਿਹਾ, ਇਹਨਾਂ ਨੇ ਮਨ ਬਣਾ ਲਿਆ ਅੰਮ੍ਰਿਤ ਛਕਣ ਦਾ। ਉਹ ਬਸ ਉੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ। ਉਹਨਾਂ ਗੁਰੂ ਨਾਨਕ ਦਾ ਨਾਂ ਲੈ ਲਿਆ ਨਾ, ਬਸ ਉਹ ਗੁਰੂ ਨਾਨਕ ਦੇ ਪੁੱਤਰ ਬਣ ਜਾਣੇ ਪਰਸੋਂ। ਹਾਂਜੀ ਉਹਨਾਂ ਨੇ ਮਨ ਬਣਾ ਲਿਆ। ਹਾਂਜੀ ਮਨ ਬਣਾ ਬਾਬਾ ਉੱਥੇ ਨਹੀਂ ਜਾਣਾ, ਮੈਂ ਗੁਰੂ ਨਾਨਕ ਦਾ ਨੌਕਰ ਹਾਂ। ਨਾਨਕ ਜੀ ਉਪਾਏ ਕੇ ਲਿਖਣਾ ਹੋਵੇ ਧਰਮ ਬਹਾਲ, ਉੱਥੇ ਸੱਚੇ ਗੁਰ ਕਰਤਾ ਹੈ, ਗੁਰ ਕਰਤਾ ਗੁਰ ਕਰਨਹਾਰ, ਗੁਰ ਕਰਨ ਜੋ ਗੁਰ ਪਰਮੇਸ਼ਵਰ ਹੈ ਵੀ ਹੋ। ਤੂੰ ਧਰਮਰਾਜ ਨੌਕਰ ਨਾ ਹੋਇਆ, ਬਾਬੇ ਨਾਨਕ ਦਾ ਤਾਂ ਧਰਮਰਾਜ ਨੌਕਰ। ਉੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਉਹਨਾਂ ਮਨ ਬਣਾ ਲਿਆ। ਹਾਂਜੀ ਮੈਂ ਹੁਣ ਮੈਂ ਤੁਹਾਨੂੰ ਗੁਰੂ ਨਾਨਕ ਦੀ ਤਾਕਤ ਦੱਸੀ, ਉਹਦਾ ਨਾਂ ਲਿਆ, ਜਮਦੂਤ ਵਾਪਸ ਹੋ ਗਿਆ, ਉਹਦਾ ਨਾਂ ਲਿਆ। ਕੋਈ ਹੋਰ ਧਰਮ ਹੈਗਾ ਜਿਹਦਾ ਨਾਂ ਲਿਆ ਜਮਦੂਤ ਵਾਪਸ ਹੋ ਜਾਣ ਕਿ ਹੋਰ ਆ ਜਾਂਦੇ ਆ? ਇਹ ਹੈਗੀਆਂ ਸੂਖਸ਼ਮ ਗੱਲਾਂ, ਇਹਨੂੰ ਕਹਿੰਦੇ ਆ ਸਪਿਰਿਚੁਅਲ ਗੱਲਾਂ। ਇਹ ਆਮ ਬੰਦੇ ਨੂੰ ਇਹ ਗੱਲਾਂ ਨਹੀਂ ਪਤਾ। ਸਾਨੂੰ ਕੌਣ ਖਰਾਬ ਕਰ ਰਿਹਾ? ਸਾਡਾ ਕਿਉਂ ਨਹੀਂ ਦਿਮਾਗ ਸਹੀ ਹੁੰਦਾ? ਉਹ 2 ਜਮਦੂਤ ਖੜੇ ਆ, ਤੁਸੀਂ ਅੱਛਾ ਕਕਾਰ ਪਾ ਕੇ ਦੇਖ ਲਓ, ਤੁਹਾਡੀ ਸੋਚਣੀ 'ਚ ਫਰਕ ਪੈ ਜਾਏਗਾ। ਚਲੋ ਮੈਂ ਕਹਿੰਦਾ ਤੂੰ ਮਨਮੁਖ ਹੈ, ਹਾਂ ਮੈਂ ਵੀ ਤਾਂ ਮਨਮੁਖ ਹੀ ਸੀ। ਚੱਲ ਤੂੰ ਕਕਾਰ ਪਾ ਕੇ ਦੇਖ ਲਾ, ਤੇਰੀ ਸੋਚਣੀ 'ਚ ਫਰਕ ਪੈ ਜਾਏਗਾ। ਕਿਉਂ? ਕਕਾਰ ਪਾਉ ਨਾਲ ਜਮਦੂਤ ਵਾਪਸ ਹੋ ਜਾਣੇ ਆ। ਤੁਸੀਂ ਇੱਕ ਵਾਰੀ ਮੱਥਾ ਟੇਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਹਾਜ਼ਰੀ ਸੱਚਖੰਡ ਲਾਓ। ਮੈਂ ਦੇਖੋ ਕਕਾਰ ਪਾ ਲਿਆ, ਅੰਮ੍ਰਿਤ ਮੈਂ ਪਰਸੋਂ ਛਕ ਲੈਣਾ। ਤੁਹਾਡੀ ਅੱਜ ਸੱਚਖੰਡ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਣੀ ਹੈ। ਤੁਸੀਂ ਦੇਖੋ ਤੁਹਾਡੀ ਸੋਚਣੀ 'ਚ ਫਰਕ ਪਿਆ। ਦੇਖੋ, ਟਰਾਈ ਅਗੇਨ, ਦੇਖੋ ਕਰਕੇ ਦੇਖ ਲਓ, ਤੁਹਾਡੀ ਸੋਚਣੀ 'ਚ ਫਰਕ ਪੈ ਗਿਆ। ਸੋ ਮੇਰਾ ਮਤਲਬ 1018 ਧਰਮ ਨੇ, ਕੋਈ ਜਮਦੂਤਾਂ ਨੂੰ ਪਰੇ ਕਰ ਦੇਵੇ, ਕੋਈ ਮੁਕਤੀ ਦਵਾ ਦੇਵੇ। ਆਪਾਂ ਕਿਸੇ ਨੂੰ ਉਂਗਲ ਤਾਂ ਨਹੀਂ ਕੀਤੀ ਨਾ। ਮੈਂ ਤੁਹਾਨੂੰ ਕਿਹਾ, ਮੈਨੂੰ ਤਾਂ 40 ਸਾਲ ਬਾਅਦ ਸਮਝ ਆਈ, ਮਨਮੁਖ ਵਿੱਚ ਵੀ ਗੁਰੂ ਨਾਨਕ ਹੈ। ਮੈਂ ਉਂਗਲ ਬੜੀ ਕੀਤੀ ਹੈ, ਬੜੀ ਨਿੰਦਾ ਚੁਗਲੀ ਕਰਦਾ ਹੈ, ਠਾ ਮਾਰਦਾ ਹੈ, ਹੁਣ ਵੀ ਮਾਰਦਾ, ਪਰ ਨਹੀਂ ਹੁਣ ਨਹੀਂ ਮਾਰਦਾ। ਠਾ ਉਦੋਂ ਹੀ ਮਾਰਦਾ ਜਦੋਂ ਗੁਰੂ ਪੱਖ ਲੈਣਾ। ਹੁਣ ਕਹਿੰਦਾ ਨਹੀਂ, ਮਨਮੁਖ ਵਿੱਚ ਵੀ ਗੁਰੂ ਨਾਨਕ ਆ। ਸੋ ਗੁਰੂ ਨਾਨਕ ਆ ਤੇ ਭਾਈ
ਤੁਸੀਂ ਕੋਈ ਧਰਮ ਦਿਖਾਓ ਜਿਹੜਾ ਜਮਦੂਤਾਂ ਨੂੰ ਵਾਪਸ ਭੇਜ ਦੇਵੇ, ਮੁਕਤੀ ਦੇ ਦੇਵੇ, ਰੱਬ ਨਾਲ ਮਿਲਾ ਦੇਵੇ, ਸੱਚਖੰਡ ਲੈ ਜਾਏ। ਲਿਆਓ, ਆਪਾਂ ਪੈਰੀ ਚਰਨੀ ਲੱਗ ਜਾਣਾ। ਬਾਬੇ ਨਾਨਕ ਨੂੰ ਛੱਡ ਦਿਆਂਗੇ, ਨਾਰਾਜ਼ਗੀ ਕਿਹੜੀ ਗੱਲ, ਛੱਡ ਦਿਆਂਗੇ। ਆਹੋ ਲਿਆਓ ਤਾਂ ਸਹੀ, ਕੋਈ ਸਾਹਮਣੇ ਤਾਂ ਲਿਆਓ, ਦਿਖਾਓ ਤਾਂ ਸਹੀ ਕੋਈ ਬੰਦਾ। ਦਿਖਾਉਣਾ ਵੀ ਨਹੀਂ, ਆਕੜ ਵੀ ਪੂਰੀ ਆ, ਇਹ ਨਹੀਂ ਗੱਲ। ਸੋ ਭਾਈ ਬਹੁਤ ਅਜਾਈ ਜਨਮ ਗਵਾਚ ਗਿਆ ਨਾ, ਉੱਥੇ ਤਾਂ ਮਿੰਨਤਾਂ ਕਰਦਾ ਸੀ। ਤੋ ਚਰਨ ਗਹੇ ਗੁਰਦੇਵ ਦੇ, ਸਤ ਸ਼ਬਦ ਦੇ ਮੁਕਤਕ ਦੇਖਿਆ, ਸਤ ਸ਼ਬਦ ਦੇ ਮੁਕਤ ਕਰਾਇਆ। ਹਾਂਜੀ, ਚਰਨ ਗਹੇ ਗੁਰਦੇਵ ਦੇ, ਰੱਬੀ ਪ੍ਰਕਾਸ਼ ਬਾਬੇ ਨਾਨਕ ਦੇ ਅੰਮ੍ਰਿਤ ਛਕ ਕੇ, ਕੁਰੈਤ ਛੱਡ ਕੇ, ਗੁਰਬਾਣੀ ਵਿਚਾਰ ਕੇ, ਸਿਮਰਨ ਵਿੱਚ ਸੁਰਤ ਜੋੜ ਕੇ ਚਰਨ ਫੜ ਲੈ। ਅਸੂਲਾਂ ਨਾਲ ਜੁੜ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਵਾਰੀ, ਇਹ ਗੁਰੂ ਗ੍ਰੰਥ ਸਾਹਿਬ ਜੀ ਆ, ਇੱਕ ਵਾਰੀ ਮੱਥਾ ਲਾ ਦਿਓ ਏਦਾਂ। ਧਰਮਰਾਜ ਦੀ ਕੀ ਜ਼ਰੂਰਤ ਹੈ, ਤੁਹਾਡਾ ਨਾਮ ਹੀ ਲੈ ਸਕੇ ਜਾਂ ਦੇਖ ਸਕੇ ਤੁਹਾਨੂੰ, ਇੱਕ ਵਾਰੀ ਮੱਥਾ ਲਾ ਦਿਓ ਪਾਤਸ਼ਾਹ ਨੂੰ ਦਿਲੋਂ। ਪਰ ਸਾਰੀ ਕਹਾਣੀ ਦਿਲੋਂ ਆ, ਐਵੇਂ ਨੇਮ ਸ਼ੇਕ ਨਹੀਂ, ਦੇਵਾਂ ਨੇ ਨਾ, ਦਿਲੋਂ ਪਿਆਰ ਨਾਲ, ਬਹੁਤ ਪਿਆਰ ਨਾਲ। ਤਾਂ ਚਰਨ ਫੜ ਲਿਆ, ਅਸੂਲਾਂ ਨਾਲ ਜੁੜ ਗਏ। ਬਾਬੇ ਨਾਨਕ ਨੇ ਵਾਹਿਗੁਰੂ ਨਾਮ ਸਿਮਰਨ ਨੂੰ ਪੱਕਾ ਕਰ ਦਿੱਤਾ। ਲੈ ਪੁੱਤਰਾ ਚਰਨ ਫੜ ਲੈ, ਅੰਮ੍ਰਿਤ ਛਕੇ ਚਰਨ ਹੀ ਫੜਦੇ ਆ। ਫਿਰ ਵਾਹਿਗੁਰੂ ਜਪੋ, ਸਤ ਸ਼ਬਦ ਵਾਹਿਗੁਰੂ, ਵਾਹਿਗੁਰੂ ਸਦੀਵੀ ਵਾਹਿਗੁਰੂ, ਵਾਹਿਗੁਰੂ ਸਮਝਾ ਦਿੱਤਾ। ਤੇ ਜੀਵ ਨੂੰ ਅੰਮ੍ਰਿਤਧਾਰੀ ਗੁਰਸਿੱਖ ਬਣਾ ਕੇ ਨਰਕਾਂ ਤੋਂ, ਜਮਦੂਤਾਂ ਤੋਂ, 84 ਲੱਖ ਜੂਨਾਂ ਤੋਂ, ਵਿਕਾਰਾਂ ਤੋਂ ਮੁਕਤ ਕਰਵਾਇਆ। ਹੈ ਕੋਈ? ਲਿਆਓ। ਹੈ ਕੋਈ? ਲਿਆਓ। ਭਾਵ ਭਗਤ ਗੁਰਪੁਰਬ ਕਰ, ਨਾਮਦਾਨ ਇਸ਼ਨਾਨ ਦਰੜਾਇਆ। ਭਾਓ ਭਗਤ ਗੁਰਪੁਰਬ ਕਰ। ਤੋ ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਮੁਕਤੀ ਪ੍ਰਾਪਤ ਕੀਤੀ, ਉਹ ਗੁਰਸਿੱਖ ਪ੍ਰੇਮਾ ਭਗਤੀ ਕਰ, ਸਿਮਰਨ ਵਿੱਚ ਸੁਰਤ ਜੋੜ ਗੁਰਪੁਰਬ ਮਨਾਉਂਦੇ ਹਨ। ਭਾਓ ਭਗਤ ਗੁਰਪੁਰਬ ਕਰ, ਗੁਰੂਆਂ ਦੇ ਪੁਰਬ ਮਨਾਉਂਦੇ ਹਨ। ਹੋਰਨਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਦੇ ਹਨ। ਨਾਮ ਦਾਨ, ਇਹਨੂੰ ਵੰਡ ਵੀ, ਨਾਮ ਆਪ ਤਾਂ ਜਪਿਆ, ਹੁਣ ਦਾਨ ਵੀ ਕਰਦਾ, ਇਹਨੂੰ ਵੰਡ, ਦਾਨ, ਇਸ਼ਨਾਨ, ਪਵਿੱਤਰਤਾ ਤੋਂ ਪਵਿੱਤਰ ਰਹਿ ਕੇ ਹੋਰਨਾਂ ਨੂੰ ਵੀ ਪੱਕਾ ਕਰਦੇ ਹਨ। ਦ੍ਰਿੜਾਇਆ, ਪੱਕਾ ਕਰਦੇ ਹਨ। ਜਿਹਾ ਬੀਓ ਤੇਹਾ ਫਲ ਪਾਇਆ। ਬਸ ਹੁਣ ਆਪਣੇ ਪਿਛਲੇ ਕਰਮਾਂ ਦਾ ਬੀਜਿਆ ਖਾ ਰਹੇ ਹਾਂ। ਹੁਣ ਜੋ ਬੀਜਾਂਗੇ ਅੱਗੇ ਜਾ ਕੇ ਖਾਵਾਂਗੇ। ਹੁਣ ਚੰਗੇ ਕਰਮ ਬੀਜ ਲੈ, ਜਿਹੜੇ ਹੁਣ ਅੰਮ੍ਰਿਤ ਨਹੀਂ ਛਕਦੇ, ਪਿਛਲੇ ਜਨਮ ਵਿੱਚ ਉਹਨਾਂ ਜ਼ਹਿਰ ਬੀਜੇ। ਤੋ ਜਿਨ੍ਹਾਂ ਅੰਮ੍ਰਿਤ ਬੀਜੇ, ਗੁਰੂ ਪਾਤਸ਼ਾਹ ਉਹਨਾਂ ਨੂੰ ਵਾਹਿਗੁਰੂ ਨਾਮ ਜਪਾਉਂਦੇ ਹਨ ਤੇ ਸੱਚਖੰਡ ਦੀ ਸੋਝੀ ਦੇ ਕੇ ਸੱਚਖੰਡ ਲੈ ਜਾਂਦੇ ਹਨ। ਰਾਜੇ ਮਹਾਰਾਜ, PM, DM, CM, ਪ੍ਰੈਜ਼ੀਡੈਂਟ, ਹੋਰ ਵੱਡੇ ਵੱਡੇ ਅਫਸਰਾਂ ਦੀ ਪਿਛਲੇ ਜਨਮ ਦੀ ਭਗਤੀ ਆ। ਹੁਣ ਜੋ ਬੀਜਾਂਗੇ ਉਹੀ ਫਲ ਹਾਸਲ ਹੋਏਗਾ। ਸੋ ਅੱਗੇ ਖੇਡ ਹੀ ਸਾਰੀ ਅਗਲੀ ਹੈ, ਖੇਡ ਸਾਰੀ ਅਗਲੀ। ਹੁਣ ਜੋ ਬੀਜਾਂਗੇ ਉਹੀ ਫਲ ਅੱਗੇ ਹਾਸਲ ਹੋਏਗਾ। ਸ਼ੇਰ ਖਾਲੀ ਅਗਲੀ ਹੈ। ਇੱਥੇ ਤਾਂ 4 ਦਿਨਾਂ ਦੀ ਸਰਾਂ ਹੈ, ਸਰਾਂ ਵਿੱਚ ਬਸੇਰਾ ਹੈ, ਰਹਿਣ ਬਸੇਰਾ ਹੈ, ਰਹਿਣ ਬਸੇਰਾ ਸਿਰਫ 4 ਦਿਨਾਂ ਦੀ ਖੇਡ ਹੈ। ਪੇਵਕੜੇ ਦਿਨ 4 ਹੈ, ਸੌਰੜੇ ਜਾਣਾ। ਪੌੜੀ 2, ਜਗਤ ਦੀ ਉਤਪਤੀ। ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਪਾਈ। ਭਾਈ ਪਹਿਲਾਂ ਆਦ ਜੁਗਾਤ ਤੋਂ ਪਹਿਲਾਂ ਜਦੋਂ ਸਾਹ ਤੇ ਸਰੀਰ ਕੁਝ ਵੀ ਨਹੀਂ ਸੀ, ਸਰੀਰ ਵੀ ਨਹੀਂ ਸੀ, ਸਾਹ ਵੀ ਨਹੀਂ ਸੀ, ਘੁੱਪ ਹਨੇਰਾ ਹੀ ਹਨੇਰਾ ਸੀ, ਕੁਛ ਪਤਾ ਹੀ ਨਹੀਂ ਸੀ ਲੱਗਦਾ, ਸ੍ਰਿਸ਼ਟੀ ਨਹੀਂ ਸੀ, ਕੁਦਰਤੀ ਨਹੀਂ ਸੀ। ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਪਾਈ। ਰਕਤ ਬਿੰਦ ਕੀ ਦੇਹ ਰਚ, 5 ਤਤ ਕੀ ਜੜਤ ਜੜਾਈ। ਫਿਰ ਕੀ ਕੀਤਾ ਵਾਹਿਗੁਰੂ ਨੇ? ਕਹਿੰਦੇ ਵੀ ਮਾਂ ਦੇ ਲਹੂ, ਪਿਤਾ ਦੇ ਵੀਰਜ ਦੀ ਸਰੀਰ ਬਣਾਤਾ। ਸਰੀਰ ਬਣਾ ਕੇ 5 ਉਲਟੇ ਤੱਤਾਂ ਦਾ ਜੋੜ ਦਿੱਤਾ। ਅੱਗ ਪਾਣੀ ਦਾ ਕੀ ਜੋੜ ਹੈ ਜੀ? ਧਰਤੀ ਤੇ ਆਕਾਸ਼ ਦਾ ਕੀ ਜੋੜ ਹੈ ਜੀ? ਹਵਾ ਦਾ ਸਾਰਿਆਂ ਨਾਲ ਜੋੜ ਹੈ। ਹਵਾ ਨੇ ਸਾਰਿਆਂ ਨੂੰ ਜੋੜੇ, ਇਹ ਜੋੜ ਦਿੱਤਾ ਜੀ ਸਾਰਿਆਂ ਨੇ। 5 ਤੱਤ ਕੀ ਜੜ ਤੇ ਜੜਾਈ। ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਮਿਲਾਈ। ਤੋ ਹਵਾ, ਪਾਣੀ, ਅੱਗ ਨਾਲ ਚੌਥੀ ਧਰਤੀ ਨੂੰ ਨਾਲ ਮਿਲਾ ਦਿੱਤਾ। ਤੋ ਪ੍ਰਥਮ ਵਿੱਚ ਆਕਾਸ਼ ਕਰ, ਕਰਤਾ ਛਟਮ ਅਦ੍ਰਿਸ਼ਟ ਸਮਾਈ। ਤੋ 5ਵਾਂ ਵਿੱਚ ਆਕਾਸ਼ ਬਣਾ ਕੇ ਕਰਤਾਰ ਸਿਰਜਣਹਾਰ। 6ਵਾਂ ਅਲੋਪ ਵਿੱਚ ਸਰੀਰ ਦੇ ਵਿੱਚ ਸਮਾ ਗਿਆ। ਅਦ੍ਰਿਸ਼ਟ, ਅਲੋਪ, ਦਿਸਦਾ ਨਹੀਂ, ਸਮਾ ਗਿਆ। 5 ਤੱਤ 25 ਗੁਣ
तो 70 मित्र मिल दे बनाई। 25 गुण, 5 तत्त, विज्ञान इंद्रिय, कर्म इंद्रिय, मन, हौमी प्लस आत्मा, प्रकृति प्लस महतत्व, 5 तत्त मात्र, रूप रस गंध स्पर्श प्लस शब्द। तो 5 तत्त 25 प्रकृतियां जो विरोधी तत्व सन मेल के शरीर बना देता। 5 तत्त 25 गुण, 70 मित्र मिल दे बनाई। खानी बाणी चरित्र कर, अवगण चरित्र दिखाई। खानी बाणी, खानी 4 खानियां, अंडज जेरज सेतज उत्वज। बाणी 4 बाणियां, परा पस्ती मध्यमा बैखरी। चरित्र कौतक, आवागमन 84 लाख जूना दा चक्कर। सो 4 खानियां 4 बाणियां कौतक करके जमन मरण दा तमाशा दिखा दिता। आवागमन 84 लाख जून पाई, 84 लाख जूना पैदा कर दित्तियां। पौड़ी 3, 84 लाख जून विच उत्तम जून सो मानस देही। 84 लाख जूना विच सब तो उत्तम मनुखा जन्म है भाई। अखी वेखण, करन सुन, मुख शुभ बोलण, बचन सुनेही। भाई अखां प्यार नाल देखदियां हन, ਕੰਨ शुभ बचन सुनते हन। जीभ शुभ बचन प्यार नाल बोलदी है। हथी कार कमावनी, पैरी चल सत्संग मिले ही। भाई पैरां नाल चल के संगत विच मिलीदा है, हत्थां नाल उत्थे सेवा करीदी है। कितना उच्चा दस्या भी कितना उत्तम है। किरत विरत कर धर्म दी, खोट खवालन कार करे ही। तो धर्म दी सच्ची सुच्ची किरत करनी है, तो कमाई करके दसवंध कट के गुरसिखां दी सेवा भी करनी है। ये असल कार है, यही करना है, रब बरकत पाउंदा है। देखिया किरत विरत कर धर्म दी, खट खवालन कार करे ही। दसवंध कढ़ना भाई, गुरमुख जन्म सकार था, गुरबाणी पढ़ समझ सुने ही सकार था कामयाब। भाई उन्हां अमृतधारी गुरसिखां दा जन्म सफल है जो गुरु दी बाणी पढ़ते हैं, समझते हैं ते होरनां नूं समझाउंदे हैं। बाणी पढ़ के समझ आउंदी है कि अमृत छकना है ते गुरसिख होरनां नूं समझाउंदा है। सो गुर भाई संतुष्ट कर, चरना मिरत लै मुख पवे ही। ते वो भी अमृत छक के चरना मिरत लैके मूँह विच पाउंदा है। गुरसिख भरा बना के संतुष्ट हो जाता है। पैरी पवन न छोड़िए, कली काल रह रास करे ही। तो कलयुग विच निम्रता विच रहन, पैरी पवन निम्रता पक। सो कलयुग विच निम्रता विच रहन दी मर्यादा नूं नहीं छड्डदे, सब दे पैरी पैदे, सब दे पैरी। तो आप तरे गुरसिख तरे ही। तो इहो जे गुरमुख प्यारे आप भी सचखंड जाते हैं ते अमृतधारी गुरसिख नूं भी सचखंड लै जाते हैं। आप तरे गुरसिख तरे ही। इत्थे मनमुख दा कदे ना आया। पौड़ी 4, जगत दा पसारा, ओंकार आकार कर, एक कवाओ पसाओ पसारा। तो एक रस सर्व व्यापक प्रकाश बाबे नानक वाहिगुरु ने इक्को बारी कहा, इहो जी कुदरत बन जाए। ओंकार आकार कर, एक कवाओ, इक्को बारी कहा, एक कवाओ, एक बचन, वाक बचन क्या एक बारी क्या हो गया बस। तो इक्को बारी इहो जी कुदरत बन जाए, इहो जिहा जीव बन जाए, इक्को बारी कहते ही ये सारा दिसदा पसारा पसार दिता। भाव बहुत वड्डी खेड रच दिती। तो रचन लग्या उसनूं कोई समा नहीं लग्या, नहीं उसनूं कोई समा नहीं लग्या। तो उसकी थाप उथाप आटोमैटिक है भाई, थाप उथाप उसकी आटोमैटिक है भाई, कुछ नहीं करता। तो पंच तत्त प्रवान कर, घट घट अंतर त्रेपन सारा। तो घट घट अंतर पंजा तत्तां नूं मंजूर करके प्रवान कर लिया। तो करोड़ां ब्रह्मंड रच दिते, हरेक शरीर विच, तिन्ने भवनां विच, आकाश पताल धरती विच तेरी जोत व्यापक त्रेपन सारा। सो कादर किन्ने न लखिया, कुदरत साज किया अवतारा।
ਕਾਦਰ ਕਰਤਾ ਭਾਈ ਕਰਤੇ ਸਿਰਜਣਹਾਰ ਨੂੰ ਕਿਸੇ ਨੇ ਜਾਣਿਆ ਨਹੀਂ, ਦੇਖਿਆ ਨਹੀਂ। ਕੁਦਰਤ ਸਾਜ ਕੇ ਉਸਨੇ ਜੀਵਾਂ ਨੂੰ ਜਨਮ ਦਿੱਤਾ, ਭਾਵ ਜੀਵ ਪੈਦਾ ਕੀਤੇ। ਇੱਕ ਦੂ ਕੁਦਰਤ ਲੱਖ ਕਰ, ਲੱਖ ਬੇਅੰਤ ਅਸੰਖ ਅਪਾਰਾ। ਇੱਕ ਪਰਮਾਤਮਾ ਤੋਂ ਲੱਖਾਂ ਬ੍ਰਹਿਮੰਡ ਰਚ ਦਿੱਤੇ, ਲੱਖਾਂ ਤੋਂ ਬੇਅੰਤ ਅਸੰਖ ਬ੍ਰਹਿਮੰਡ ਰਚ ਦਿੱਤੇ ਜੋ ਗਿਣਤੀ ਤੋਂ ਬਾਹਰੇ ਹਨ। ਰੋਮ ਰੋਮ ਵਿੱਚ ਰੱਖੇ ਹਨ ਕਰ ਬ੍ਰਹਿਮੰਡ ਕਰੋੜ ਸੁਮਾਰਾ। ਸੋ ਬੇਅੰਤ ਕਰੋੜਾਂ ਬ੍ਰਹਿਮੰਡ ਰਚ ਕੇ ਜਿਸ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ, ਆਪ ਰੋਮ ਰੋਮ ਵਿੱਚ ਸਮਾਇਆ ਹੋਇਆ ਹੈ। ਭਾਵ ਐਸੀ ਕੋਈ ਜਗ੍ਹਾ ਹੀ ਨਹੀਂ ਜਿੱਥੇ ਪ੍ਰਕਾਸ਼ ਨਹੀਂ। ਤੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਹਨ। ਇਕਸ ਬ੍ਰਹਿਮੰਡ ਵਿੱਚ 10 ਕਰ ਅਵਤਾਰ ਉਤਾਰਾ। ਤੋ ਇੱਕ ਬ੍ਰਹਿਮੰਡ ਵਿੱਚ 10 ਅਵਤਾਰ ਹਨ। ਭਾਵ ਬੇਅੰਤ ਬ੍ਰਹਿਮੰਡ ਹਨ, ਬੇਅੰਤ ਅਵਤਾਰ ਹਨ। ਕੇਤੇ ਵੇਦ ਵਿਆਸ ਕਰ ਕਈ ਕਤੇਬ ਮੁਹੰਮਦ ਯਾਰਾ। ਤੋ ਕਿੰਨੇ ਵੇਦ ਰਚ ਦਿੱਤੇ, ਕਿੰਨੇ ਵਿਆਸ ਰਿਸ਼ੀ ਮੁਨੀ ਰਚ ਦਿੱਤੇ, ਕਿੰਨੀਆਂ ਮੁਸਲਮਾਨਾਂ ਦੀਆਂ ਕਿਤਾਬਾਂ ਰਚ ਦਿੱਤੀਆਂ ਤੇ ਕਿੰਨੇ ਮੁਹੰਮਦ ਯਾਰ ਬਣਾ ਦਿੱਤੇ। ਕੁਦਰਤ ਇੱਕ, ਏਤਾ ਪਸਾਰਾ। ਰੱਬ ਦੀ ਕੁਦਰਤ ਇੱਕ ਹੈ, ਪਸਾਰਾ ਬਹੁਤ ਵੱਡਾ ਹੈ। ਸ਼ਕਤੀ ਇੱਕ ਹੈ, ਪਸਾਰਾ ਬਹੁਤ ਵੱਡਾ ਹੈ। ਪੌੜੀ 5 ਯੁਗਾਂ ਦੀ ਰਚਨਾ। 4 ਯੁਗ ਕਰ ਥਾਪਨਾ, ਸਤਯੁਗ ਤ੍ਰੇਤਾ ਦੁਆਪਰ ਸਾਜੇ। ਚਾਰੇ ਯੁਗਾਂ ਦੀ ਥਾਪਨਾ ਕਰਕੇ ਸਤਯੁਗ ਤ੍ਰੇਤਾ ਤੇ ਦੁਆਪਰ ਸਾਜ ਦਿੱਤੇ। ਤੋ ਚੌਥਾ ਕਲਯੁਗ ਥਾਪਿਆ, 4 ਵਰਨ ਚਾਰੇ ਕੇ ਰਾਜੇ। ਤੋ ਚੌਥਾ ਕਲਯੁਗ ਥਾਪ ਦਿੱਤਾ ਤੇ 4 ਵਰਨ 4 ਯੁਗਾਂ ਦੇ ਰਾਜੇ ਭਾਵ ਮੁਖੀ ਬਣਾ ਦਿੱਤੇ। ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਜੁਗ ਜੁਗ ਏਕੋ ਵਰਜਰ ਬਿਰਾਜੇ ਵਰਨ ਬਿਰਾਜੇ। ਭਾਈ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ 4 ਵਰਨ ਹਨ, ਪਰ ਆਪ ਉਹ ਪ੍ਰਭੂ ਚਾਰੇ ਯੁਗਾਂ ਤੇ ਚਾਰੇ ਵਰਨਾਂ ਵਿੱਚ ਇੱਕ ਹੀ ਸਰੂਪ ਵਿੱਚ ਸ਼ੋਭਨੀਕ ਹੈ। ਇੱਕ ਵਰਨ ਬਿਰਾਜੇ ਬਿਰਾਜ ਰਿਹਾ ਹੈ। ਭਾਵ ਚਾਰੇ ਯੁਗਾਂ ਵਿੱਚ ਰੱਬ ਨਹੀਂ ਬਦਲਿਆ, ਸਾਰਿਆਂ ਵਿੱਚ ਇੱਕ ਵਾਹਿਗੁਰੂ ਹੈ। ਇਹ ਤਾਂ ਬਾਹਮਣ ਦੀ ਕਾਢ ਹੈ। ਤੋ ਸਤਯੁਗ ਹੰਸ ਅਵਤਾਰ ਧਰ, ਸੋ ਹੰਗ ਬ੍ਰਹਮ ਨ ਦੂਜਾ ਪਾਜੇ। ਸਤਯੁਗ ਵਿੱਚ ਹੰਸ ਅਵਤਾਰ ਧਾਰ ਕੇ ਸੋਹੰਗ ਬ੍ਰਹਮ ਦਾ ਗਿਆਨ ਦਿੱਤਾ, ਦੂਜਾ ਕੋਈ ਪਾਖੰਡ ਨਹੀਂ ਕੀਤਾ। ਇੱਕੋ ਬ੍ਰਹਮ ਵਖਾਣੀਏ ਮੋਹ ਮਾਇਆ ਤੇ ਬੇਮੋਤਾਜੇ। ਇੱਕੋ ਇੱਕ ਬ੍ਰਹਮ ਦਾ ਜਾਪ ਕਰਦੇ ਸਨ ਤੇ ਮਾਇਆ ਮੋਹ ਤੇ ਬੇਮੋਤਾਜ ਹੋ ਇੱਕੋ ਪ੍ਰਭੂ ਦਾ ਸਿਮਰਨ ਕਰਦੇ ਸਨ। ਤੋ ਕਰਨ ਤਪੱਸਿਆ ਬਨ ਵਿੱਚ ਵਕਤ ਗੁਜ਼ਾਰਨ ਪਿੰਨੀ ਸਾਗੇ। ਤੋ ਜੰਗਲਾਂ ਵਿੱਚ ਬੈਠ ਕੇ ਤਪੱਸਿਆ ਕਰਦੇ ਸਨ ਤੇ ਸਾਗ ਦੀ ਪਿੰਨੀ ਖਾ ਕੇ ਵਕਤ ਗੁਜ਼ਾਰਾ ਕਰ ਲੈਂਦੇ। ਕੰਦ ਮੂਲ ਸਾਗ ਪੱਤਰ ਉਬਾਲ ਕੇ ਗੁਜ਼ਾਰਾ ਕਰ ਲੈਂਦੇ ਸਨ। ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨਾ ਮੰਦਰ ਸਾਜੇ। ਤੋ ਬੜੀ ਲੰਬੀ ਉਮਰ ਹੁੰਦੀ ਸੀ, ਨਾ ਕੋਈ ਕੋਠੇ ਬਣਾਉਂਦਾ ਸੀ, ਨਾ ਕਿਲੇ ਤੇ ਨਾ ਕੋਈ ਮਕਾਨ ਬਣਾਉਂਦਾ ਸੀ। ਇੱਕ ਬਿਨ ਸੇ ਇੱਕ ਅਸਥਿਰ ਗਾਜੇ। ਇੱਕ ਮਰ ਜਾਂਦਾ ਸੀ, ਦੂਸਰਾ ਆਪਣੇ ਆਪ ਨੂੰ ਅਟਲ ਸਮਝਦਾ ਸੀ, ਗਜਦਾ ਸੀ। ਪੌੜੀ 6 ਤ੍ਰੇਤੇ ਯੁਗ ਦਾ ਵਰਣਨ। ਤ੍ਰੇਤੇ ਛਤਰੀ ਰੂਪ ਧਾਰ, ਸੂਰਜ ਬੰਸੀ ਵਾਡੇ ਅਵਤਾਰਾ। ਤ੍ਰੇਤੇ ਯੁਗ ਵਿੱਚ ਸ੍ਰੀ ਰਾਮਚੰਦਰ ਜੀ ਛਤਰੀ ਦਾ ਰੂਪ ਧਰ ਕੇ ਸੂਰਜ ਵੰਸ਼ੀ ਵੱਡਾ ਅਵਤਾਰ ਹੋਇਆ, ਰਾਜਾ ਹੋਇਆ। 9 ਹਿੱਸੇ ਗਈ ਆਰਜਾ, ਮਾਇਆ ਮੋਹ ਹੰਕਾਰ ਪਸਾਰਾ। 9 ਹਿੱਸੇ ਲੋਕਾਂ ਦੀ ਉਮਰ ਘਟ ਗਈ, ਮਾਇਆ ਮੋਹ ਹੰਕਾਰ ਦਾ ਪਸਾਰਾ ਹੋ ਗਿਆ। ਦੁਆਪਰ ਯਾਦਵ ਵੇਸ਼ ਕਰ, ਜੁਗ ਜੁਗ ਅਹੁਦ ਘਟੇ ਆਚਾਰਾ। ਦੁਆਪਰ ਵਿੱਚ ਯਾਦਵ ਕ੍ਰਿਸ਼ਨ ਨੇ ਵੇਸ਼ ਧਾਰ ਕੇ ਰਾਜ ਕੀਤਾ ਤੇ ਜੁਗਾਂ ਜੁਗਾਂ ਵਿੱਚ ਉਮਰ ਵੀ ਘਟ ਗਈ ਤੇ ਚੰਗਾ ਜੀਵਨ ਵੀ ਨਾ ਰਿਹਾ। ਰਿਗ ਵੇਦ ਮੈਂ ਬ੍ਰਹਮ ਕਿਰਤ, ਪੂਰਬ ਮੁਖ ਸ਼ੁਭ ਕਰਮ ਵਿਚਾਰਾ। ਤੋ ਰਿਗ ਵੇਦ ਵਿੱਚ ਬ੍ਰਾਹਮਣ ਕਰਮ ਕਰਾਉਂਦੇ ਤੇ ਪੂਰਬ ਵੱਲ ਮੂੰਹ ਕਰਕੇ ਸ਼ੁਭ ਕਰਮ ਯੱਗ ਕਰਦੇ ਸਨ। ਖੱਤਰੀ ਥਾਪੇ ਜੁਜਰ ਵੇਦ, ਦੱਖਣ ਮੁਖ ਬਹੁ ਦਾਨ ਦਾ ਤਾਰਾ। ਫਿਰ ਖੱਤਰੀਆਂ ਨੇ ਜੁਜਰ ਵੇਦ ਦੀ ਸਿੱਖਿਆ ਤੇ ਚੱਲਣਾ ਸ਼ੁਰੂ ਕੀਤਾ। ਇਹ ਦੁਆਪਰ ਯੁੱਗ ਸੀ। ਤੋ ਖੱਤਰੀਆਂ ਨੇ ਦੱਖਣ ਵੱਲ ਮੂੰਹ ਕਰਕੇ ਦਾਤੇ ਬਣ ਕੇ ਬਹੁਤ ਦਾਨ ਤੇ ਕਰਮ ਕਾਂਡ ਕਰਨ ਲੱਗ ਪਏ। ਤੋ ਵੈਸੋਂ ਥਾਪਿਆ ਸਿਆਮ ਵੇਦ, ਤੋ ਪੱਛਮ ਮੁਖ ਘਰ ਸੀਸ ਨਿਵਾਰਾ।
तो वैश्य लोग श्याम वेद पढ़ के पश्चिम वाले पासे झुकन लग पे। तो फिर नीलंबर जुज्जर पीत सितंबर कर श्याम सुधारा। फिर ऋग वेद नूं मनण वाले नीले कपड़े, जुजर वेद नूं मनण वाले पीले कपड़े, श्याम वेद नूं मनण वाले चिट्टे कपड़े पाउण दा रिवाज हो गया। ते जुगी तै धर्म उचारा। तिन्हां जुगां दे धर्म कर्म वक्खो वखरे उचारे गए। पौड़ी 7 कलयुग दा वर्णन। कलयुग चौथा थापिया सूदर बिरत जग मैं वरताई। सूदर बिरत नीवें सुभाव वाली, कल काली वाली, कला कलेश, कल युग। तो कलयुग चौथा युग थाप दिता तो सारे पासे बिरती नीवी वरत गई, शूदर बिरती वरत गई। तो कर्म सो ऋग जुजर श्याम के करे जगत रिद बहु सुख चाई। ऋग जुजर ते श्याम वेदां दे कर्मां तो लै के मन विच संकोच करन लगे, भाव हट गए। सो माया मोही मोहिनी कल कल वाली सब परमाई। तो सारी सृष्टि माया दे मोह ने मोह लई। तो कला कलेश दे कारण सब भरमा विच फस गए। उठी गिलान जगत विच होमे अंदर जले लुकाई। संसार विच होमे हंकार दी बदबू फैली। हंकार नाल सारी सृष्टि लुकाई सड़न लगी। कोई न किसे पूजदा, ऊच नीच सब गत बिसराई। ना कोई किसे नूं मनदा, ना पूजदा, ना ही सत्कार करदा। ऐसी माया दे मोह ने मत मारी, ऊच नीच दी अवस्था सब भुल गए। भये बेअदली पातशाह कल काती उमराए कसाई। तो वक़्त दे हाकम बादशाह अन्याय करन लग पे। कलयुगी कैंची नूं फड़ के अधिकारी लोग कसाईयां वाले कर्म करन लग पे। रहत पावस तै जुगी चौथे युग जो दे सुपाई। तो तिन्ना युगां दा धर्म तां खत्म हो गया। पहले लोग धर्मी सन, चौथे कलयुग विच जेड़ा देवे ओही लेवे, परोपकार उड गए। तो कर्म भ्रिष्ट सब भई लुकाई। सारी सृष्टि दे कर्म गंदे विकारी वड्डी खोरे हो गए। सारे भ्रिष्ट हो गए, भ्रिष्टे गए। धर्म दा ना, धर्म ना दी चीज ही ना रही। पौड़ी 8 6 शास्त्रां दा वर्णन। 4 वेदां में धर्म मथ, खट शास्त्र मथ रिख सुनावे। भाई चारे वेदां ਅਤੇ ਦਸੇ ਧਰਮਾਂ ਨੂੰ ਵਿਚਾਰ ਘੋਖ ਕੇ 6 ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਨਿਚੋੜ ਤੱਤ ਕੱਢ ਕੇ ਵਿਆਸ ਰਿਸ਼ੀ ਆਦਿ ਸੁਣਾਉਂਦੇ ਹਨ। ਬ੍ਰਹਮਾਦਿਕ ਸਨਕਾਦਿਕ ਜਿਉਂ ਤੇ ਕਹਾਂ ਤਿਵੇਂ ਜਗ ਗਾਵੇ। ਬ੍ਰਹਮਾ ਵਰਗੇ ਦੇਵਤੇ ਤੇ ਉਹਨਾਂ ਦੇ ਚਾਰੇ ਪੁੱਤਰ ਜਿਵੇਂ ਕਹਿ ਗਏ ਤਿਵੇਂ ਹੀ ਉਹਨਾਂ ਦੇ ਮਗਰ ਲੱਗ ਕੇ ਜਗਤ ਵੀ ਕਹੀ ਜਾ ਰਹੇ। सो गावन पढ़न विचार बो कोट मदे विरलागत पावे। तू अचरज मन आम गाउंदे पढ़दे विचार दे पर कोई विरला ही मुक्ति पाउंदा सी। सो ये अचरज मन आम दी पढ़त गुणत कछ भेद न पावे। भाई किन्नी अचरजा वाली गल है कि पढ़दे सुनदे भी किसी नूं कोई ठीक जानकारी नहीं हुंदी, रब दा भेद नहीं पा सकते। तो जुग जुग एको वर्ण है, कलयुग क्यों बहुते दिखलावे। तो जुगा जुगा दा एको प्रभु ते एको ही धर्म, पर कलयुग विच प्रभु ने बहुते रूप क्यों दसदे हन। प्रभु दे बहुते रूप कलयुग विच क्यों दसदे हन। कहंदा जंदरे वजे ते जुगी तो कब पढ़ रहे भरम नहीं जावे। कि तिन्ना जुगां विच इस भेद असलीयत नूं जिंदरे ही वजे ने। तो कर्म करके कथन कर करके पढ़ के भी भरम नहीं जाते। भाव किसी नूं रब दी पूरी तरह समझ ही ना आई। सो क्यों कर कथया 4 वेद
ਖਟ ਸ਼ਾਸਤਰ ਸੰਗ ਸਾਖ ਸੁਣਾਵੇ। ਜਿਸ ਤਰ੍ਹਾਂ 4 ਵੇਦਾਂ ਵਿੱਚ ਵਰਣਨ ਕੀਤਾ ਹੈ ਕਿ 6 ਸ਼ਾਸਤਰਾਂ ਦੇ ਨਾਲ ਸ਼ਾਂਖ ਵਾਲੇ ਵੀ ਸੁਣਾਉਂਦੇ ਹਨ। ਆਪਣੇ ਮਤ ਸਭ ਗਾਵੇ, ਸਾਰੇ ਆਪੋ ਆਪਣੇ ਮਤਾਂ ਨੂੰ ਹੀ ਸੁਣਾਉਂਦੇ ਹਨ। ਅਸਲੀਅਤ ਕਿਤੇ ਦੂਰ ਹੈ, ਅਸਲੀਅਤ ਦੂਰ ਹੈ। ਸਾਹਿਬ ਨੇ ਇੱਥੇ, ਭਾਈ ਸਾਹਿਬ ਨੇ ਇੱਥੇ ਸਾਬਤ ਕੀਤਾ ਹੈ ਕਿ ਹਿੰਦੂਆਂ ਨੂੰ ਰੱਬ ਬਾਰੇ ਇਲਦਾ ਨਾ ਕੁੱਕੜ ਵੀ ਨਹੀਂ ਆਉਂਦਾ, ਬਸ ਆਪਣੀ ਹਉਮੈ ਵਿੱਚ ਹੀ ਤੁਰੇ ਫਿਰਦੇ ਹਨ। ਪੌੜੀ 9ਵੀਂ। ਕੁਛ ਹੁਣ ਹੋਰਨਾਂ ਧਰਮਾਂ ਦਾ ਬਿਆਨ ਕੀਤਾ ਹੈ ਜਿਹੜੇ ਉਸ ਵੇਲੇ ਹੈਗੇ ਸਨ, ਪਰ ਕਿਸੇ ਨੂੰ ਕੁਛ ਪਤਾ ਨਹੀਂ ਸੀ। ਜਿਵੇਂ ਗੌਤਮ ਤਪੇ ਵਿਚਾਰ ਕੇ ਰਿਗ ਵੇਦ ਕੀ ਕਥਾ ਸੁਣਾਈ। ਗੌਤਮ ਰਿਸ਼ੀ ਨੇ ਵਿਚਾਰ ਕੇ ਰਿਗ ਵੇਦ ਦੀ ਕਥਾ ਨੂੰ ਆਪ ਸੁਣਾਇਆ। ਸੋ ਨਿਆਏ ਸ਼ਾਸਤਰ ਕੋ ਮੱਥ ਕਰ, ਸਭ ਵਿਦ ਕਰਤੇ ਹੱਥ ਜਨਾਈ। ਤੋ ਨਿਆਏ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਘੋਖ ਵਿਚਾਰ ਕੇ ਕਿਹਾ ਸੀ ਕਿ ਸਾਰੀਆਂ ਵਿਧੀਆਂ ਉਸ ਕਰਤੇ ਦੇ ਹੱਥ ਵਿੱਚ ਹਨ ਜਿਸਨੇ ਸ੍ਰਿਸ਼ਟੀ ਸਾਜੀ ਹੈ। ਸਭ ਕੁਝ ਕਰਤੇ ਵਸ ਹੈ, ਹੋਰ ਬਾਤ ਵਿੱਚ ਚੱਲੇ ਨਾ ਕਾਈ। ਭਾਈ ਸਭ ਕੁਝ ਕਰਤੇ ਦੇ ਹੱਥ ਵਿੱਚ ਹੈ, ਹੋਰ ਦੂਜੀ ਕੋਈ ਸ਼ਕਤੀ ਵਿੱਚ ਰਲ ਹੀ ਨਹੀਂ ਸਕਦੀ। ਦੋਹੀ ਸ਼੍ਰੀ ਕਰਤਾਰ ਹੈ, ਆਪ ਨਿਆਰਾ ਕਰ ਦਿਖਲਾਈ। ਦੋਹਾਂ ਧਿਰਿਆਂ ਦਾ ਮਾਲਕ ਆਪ ਹੈ, ਸੱਚਖੰਡ ਤੇ ਨਰਕਾਂ ਦਾ, ਪਰ ਆਪ ਨਿਰਲੇਪ ਰਹਿ ਕੇ ਦਿਖਾਉਂਦਾ ਹੈ। ਤੋ ਕਰਮ ਜੀਵ ਕਰਦਾ ਹੈ, ਵਾਹਿਗੁਰੂ ਅੰਦਰ ਹੀ ਹੈ, ਫਿਰ ਵੀ ਨਿਰਲੇਪ ਹੈ। ਕਰਤਾ ਕਿਨੇ ਨ ਦੇਖਿਆ, ਕੁਦਰਤ ਅੰਦਰ ਭਰਮ ਭੁਲਾਈ। ਉਹ ਐਸਾ ਕਰਨਹਾਰ ਅਚਰਜ ਪ੍ਰਭੂ ਕਿਸੇ ਨੇ ਨਹੀਂ ਦੇਖਿਆ। ਸਾਰੇ ਉਸਦੀ ਕੁਦਰਤ ਵਿੱਚ ਹੀ ਭਰਮਦੇ ਤੇ ਭੁੱਲੇ ਫਿਰਦੇ ਹਨ। ਸੋਹੰਗ ਬ੍ਰਹਮ ਛਪਾਏ ਕੇ ਪਰਦਾ ਭਰਮ ਕਰਤਾਰ ਸੁਣਾਈ। ਤਾਂ ਸੋਹੰਗ ਬ੍ਰਹਮ ਜੋ ਆਪਣੇ ਆਪ ਤੋਂ ਹੋਇਆ, ਇਹਨੂੰ ਲੁਕਾ ਕੇ ਭਰਮ ਦੇ ਪਰਦੇ ਦੀ ਹੀ ਗੱਲ ਕਰਤੇ ਨੇ ਸੁਣਾਈ। ਗੌਤਮ ਰਿਸ਼ੀ ਨੇ ਰੱਬ ਬਾਰੇ ਪੂਰੀ ਗੱਲ ਨਹੀਂ ਕੀਤੀ, ਜੋ ਕੀਤੀ ਹੈ ਉਹ ਭਰਮ ਦਾ ਪਰਦਾ ਹੀ ਹੈ, ਕੁਝ ਵੀ ਨਹੀਂ। ਰਿਗ ਕਹੇ ਸੁਣ ਗੁਰਮੁਖੋ, ਆਪੇ ਆਪ ਨ ਦੂਜੀ ਰਾਈ। ਤੇ ਹੇ ਗੁਰਮੁਖੋ ਸੁਣੋ, ਰਿਗ ਵੇਦ ਆਖਦਾ ਹੈ ਇਹ ਇੱਕ ਪ੍ਰਭੂ ਹੀ ਆਪੇ ਆਪ ਹੈ, ਹੋਰ ਕੋਈ ਨਹੀਂ। ਤੇ ਉਸ ਵਿੱਚ ਦਵੈਕ ਢਾਰਾਈ ਵੀ ਜਿੰਨੀ ਵੀ ਨਹੀਂ, ਨਿਰੋਲ ਸੱਧ ਹੈ, ਖਾਲਸ ਹੈ ਉਹ। ਤੋ ਸਤਿਗੁਰੂ ਬਿਨਾਂ ਨਾ ਸੋਝੀ ਪਾਈ। ਬਾਬੇ ਨਾਨਕ ਤੋਂ ਬਗੈਰ ਕਿਸੇ ਨੂੰ ਪੂਰੀ ਸੋਝੀ ਨਹੀਂ ਆਉਂਦੀ, ਪੂਰੀ ਸੋਝੀ ਆਈ ਨਹੀਂ। ਪੌੜੀ 10 ਮਿਆਸਾ ਸ਼ਾਸਤਰ ਦਾ ਵਰਣਨ ਹੈ। ਫਿਰ ਜੈਮਨ ਰਿਗ ਬੋਲਿਆ ਜੁਜਰ ਵੇਦ ਮਤ ਕਥਾ ਸੁਣਾਵੇ। ਤੋ ਮਿਆਸਾ ਸ਼ਾਸਤਰ ਦਾ ਲੇਖਕ ਜੈਮਨ ਰਿਸ਼ੀ ਫਿਰ ਬੋਲ ਕੇ ਆਪਣੀ ਗੱਲ ਸੁਣਾਉਂਦਾ ਹੈ ਕਿ ਜੁਜਰ ਵੇਦ ਨੂੰ ਵਿਚਾਰ ਕੇ ਆਖਦਾ ਹੈ, ਕਰਮਾਂ ਉੱਤੇ ਨਿਬੜੇ ਦੇਹੀ ਮਦ ਕਰੇ ਸੋ ਪਾਵੇ। ਤੋ ਇਸ ਸਰੀਰ ਦੀ ਗੱਲ ਕਰਮਾਂ ਉੱਤੇ ਨਿਬੜੇਗੀ। ਜਿਹੋ ਜਿਹਾ ਕੋਈ ਕਰਮ ਕਰੇਗਾ ਉਹੋ ਜਿਹਾ ਫਲ ਪਾਏਗਾ। ਤੋ ਥਾਪਸ ਕਰਮ ਸੰਸਾਰ ਵਿੱਚ ਕਰਮ ਵਾਸ ਕਰ ਆਵੇ ਜਾਵੇ। ਉਸ ਪ੍ਰਭੂ ਦੇ ਕਰਮ ਸੰਸਾਰ ਵਿੱਚ ਥਾਪੇ ਹਨ। ਤੋ ਸਰੀਰ ਇੱਕ ਕਰਮ ਭੂਮੀ ਹੈ। ਤੋ ਕਰਮਾਂ ਦੇ ਅਧੀਨ ਹੀ ਮਨੁੱਖ ਆਵਾਗਾਹ ਦੇ ਚੱਕਰ ਵਿੱਚ ਪੈਂਦਾ ਹੈ, ਭਾਵ ਸੰਸਾਰ ਤੇ ਆਉਂਦਾ ਜਾਂਦਾ ਹੈ। ਤੇ ਸਹਿਸਾ ਮਨੋ ਨ ਚੁੱਕੀ, ਕਰਮਾਂ ਅੰਦਰ ਭਰਮ ਭੁਲਾਵੇ। ਤੋ ਮਨੁੱਖ ਦੇ ਮਨ ਵਿੱਚੋਂ ਸੰਸਾ, ਡਰ, ਵਹਿਮ, ਭਰਮ ਨਾ ਗਿਆ ਤੇ ਕਰਮਾਂ ਦੇ ਚੱਕਰ ਵਿੱਚ ਪੈ ਕੇ ਭਟਕਣਾ ਵਿੱਚ ਹੀ ਸਿਮਰਨ ਕਰਨ ਤੋਂ ਭੁੱਲਾ ਰਹਿੰਦਾ। ਮਾਇਆ ਪਿੱਛੇ ਜੀਵ ਭਟਕਦਾ ਰਹਿੰਦਾ। ਸੋ ਭਰਮ ਵਰਤਨ ਜਗਤ ਕੀ, ਇੱਕੋ ਮਾਇਆ ਬ੍ਰਹਮ ਕਰਾਵੇ। ਤੋ ਇਸ ਵੇਲੇ ਭਰਮ ਹੀ ਜਗਤ ਦਾ ਵੱਡਾ ਵਰਣਨ ਵਿਹਾਰ ਬਣ ਚੁੱਕਾ ਹੈ। ਤੋ ਭਰਮ ਨੇ ਮਾਇਆ ਤੇ ਬ੍ਰਹਮਾ ਨੂੰ ਇੱਕੋ ਜਿਹਾ ਦਿਖਾ ਦਿੱਤਾ ਹੈ। ਤੋ ਜੁਜਰ ਵੇਦ ਕੇ ਕੋ ਮਥਨ ਕਰ, ਤਤ ਬ੍ਰਹਮ ਵਿੱਚ ਭਰਮ ਭੁਲਾਵੇ। ਤੋ ਜੁਜਰ ਵੇਦ ਨੂੰ ਪੜ੍ਹ ਕੇ ਕੋਖ ਕੇ ਤਤ ਬ੍ਰਹਮ ਵਿੱਚ ਭਰਮ ਨੂੰ ਮਿਲਾ ਦਿੱਤਾ ਗਿਆ। ਕਰਮ ਦਰੜਾਏ ਜੁਗਤ ਵਿੱਚ, ਕਰਮ ਬੰਦ ਕਰ ਆਵੇ ਜਾਵੇ। ਜਗਤ ਵਿੱਚ ਕਰਮ ਹੀ ਕਰਨੇ ਦਰੜਾਏ ਹਨ ਤੇ ਕਰਮਾਂ ਦਾ ਬੰਦਾ ਹੀ ਮਨੁੱਖ ਸੰਸਾਰ ਤੇ ਆਉਂਦਾ ਜਾਂਦਾ ਹੈ। ਸਤਿਗੁਰੂ ਬਿਨਾਂ ਨਾ ਸਹਿਸਾ ਜਾਵੇ। ਬਾਬੇ ਨਾਨਕ ਨੂੰ ਮਿਲਣ ਤੋਂ ਬਗੈਰ ਸਹਿਸਾ ਤੇ ਭਰਮ ਨਹੀਂ ਮਿਟ ਸਕਦਾ। ਸੋ ਬਾਬਾ ਨਾਨਕ ਅੰਮ੍ਰਿਤ ਛਕਣ ਤੋਂ ਬਗੈਰ ਨਹੀਂ ਮਿਲਦਾ। ਇਹ ਦੱਸਿਆ ਕਿ ਉਸ ਤੋਂ ਪਹਿਲਾਂ ਜਿੰਨੇ ਧਰਮ ਸਨ ਨਾ, ਉਹ ਇਹੋ ਜਿਹੀਆਂ ਗੱਲਾਂ ਕਰਦੇ ਸਨ। ਬਾਬੇ ਨਾਨਕ ਦੇ ਆਉਣ ਤੋਂ ਪਹਿਲਾਂ ਦਾ ਵਰਣਨ ਕਰ ਰਹੇ ਕਿ ਇਹੋ ਜਿਹੀਆਂ ਗੱਲਾਂ ਇਹ ਸ਼ਾਸਤਰ ਲਾਏ ਫਿਰਦੇ ਸਨ, ਉਹ ਸਾਰਾ ਵਰਣਨ ਕੀਤਾ।
तो पौड़ी 11 वेदांत शास्त्र श्याम वेद को शोध कर मथ वेदांत व्यास सुनाया। श्याम वेद ਨੂੰ पढ़ के ਘੋਖ के उसका सार कढ़ के व्यास ऋषि ने वेदांत शास्त्र ਦਾ ਬਿਆਨ ਕੀਤਾ। कथनी बदनी बाहिरा आपे अपन ब्रह्म जनाया। तो कहनी ते कथनी तो आत्मा बाहर है, अपने आप ने ब्रह्म जना दिता। तो नदरी किसी ने लियावनी हमें अंदर भरम भुलाया। तो रब नदर तो किसी नूं आउंदा ही नहीं। तो हमें अंदर जगत नूं भटकना विच पा के सिमरन तो भुला दिता। मैं ही रब आप पजाए जगत विच भाव भगत दा मरम ना पाया। तो जगत विच अपनी पूजा कराउण लग पिया, प्रेमा भगती दे भेद नूं ना पा सके। तृप्त ने आवी वेद मथ अग्नि अंदर तप तत पाया। वेदां नूं विचार विचार के व्यास नूं शांति ना आई, रजेवा सबर संतोख ना आया। ईरखा दी अग दे सेक नाल तपश नाल तपन लगा। सो माया डंड न उतरे जम डंडे बहुत दुख रवाया। सो माया दा डंडा सिर तो ना उतरिया, जमदूत दी सजा ने बहुत दुखी करके उसनूं रवाया। तो नारद मुन उपदेशिया मत भगवंत सुन गीत कराया। तो नारद मुनि ने उपदेश किया, भागवत नूं पढ़ो, विचार के उसका सार गुणा ते गीत करवाया। तो बिन सरनी ने कोई तराया। गुरु नानक दी सरनी पैन तो बगैर, अमृत छकन तो बगैर, निम्रता धारन तो बगैर, सिमरन विच सुरत लाउण तो बगैर कोई नहीं तरया, कोई नहीं तरया। पौड़ी 12 शाखे शास्त्र। तो द्वापर युग बीतत गए, कल जो के सिर छतर फिराई। द्वापर युग दे बीतन पिछों कल युग दे सिर ते छतर फिरन लग पिया। सो वेद अथरबन थापिया, उत्तर मुख गुरमुख गुण गाई। तो कल युग दा समा आ गया। अथरबन वेदां दी रीति अनुसार ते पसर गई। गुरमुख लोग उत्तर वाले पासे मुंह करके भजन करन लगे। सो कपल रिखी सर शाख मथ अथरबन वेद की ऋचा सुनाई। तो कपल नाम दा वड्डा ऋषि होया। तो अथरबन वेद नूं विचार के शाख शास्त्र रच के अथरबन वेद दियां रचनावां वो उस विच गायन कीतियां। ज्ञान महारस पी के सिमरे नित अनित ने आई। तो ज्ञान दा महारस पी के नित ते अनित दे निर्णा करो, नित रहन वाले प्रभु दा सिमरन करो। सो ज्ञान बिना न पाइए, जे कोई कोट जतन कर धाई। तो रब दी सूझ होण तो बगैर रब दी प्राप्ति नहीं हुंदी। भावें कई करोड़ा जतन करके भटकदा रहे। तो कर्म जोग देही करे, सो अनित खिन टिके न रही। जो शरीर दे राही कर्म जो करेगा वो झूठे हैं, खिन पर भी टिक नहीं सकदा। भाव टिका नहीं आ सकदा, सुरती नहीं रब विच जुड़ सकती। तो ज्ञान मते सुख उपजे, जन्म मरण का भरम चुकाई। ज्ञान दी मत ग्रहण कीतियां ही सुख पैदा होएगा ते जन्म मरण दा भरम भटकना खत्म होवेगी। तो गुरमुख ज्ञानी सहज समाई। तो सूझवान ज्ञानवान अमृतधारी गुरसिੱਖੀ सुन समाध होके रब विच समाएगा। सिमरन विच सुरती जोड़ के सहज कर आउंदा। पौड़ी 13वीं विशेषक शास्त्र। सो वेद अथरबन मथन कर, गुरमुख विशेषक गुण गावे। सो अथरबन वेद नूं पढ़ के घूक के गुरमुख कनाद मुनि दे विशेषक शास्त्र विच प्रभु दे गुण गाए। जेहा बीजे सो लुने, समय बिना फल हाथ न आवे। तो जो बीजेगा वही कटेगा, पर समय तो बिना फल मिलता नहीं।
हुक्मे अंदर सब को मन्ने हुक्म सो सह समावे। सब वाहिगुरु दे हुक्म विच हन, जेड़ा भी हुक्म मन लेगा सुन समाधि विच समा जाएगा। आपे कछु न होवे बुरा भला न मन वसावे। सो अपने वस विच कुछ नहीं, बुरा भला मन विच ना वसावे। सो जैसा कर तैसा लहे, रिखी कनादिक भाख सुनावे। जो कुछ कोई करेगा वही पाएगा, ये रिखी कनादिक ने बोल के सुनाया। सतजुग दा न्याय सुन एक फेड़े सब जगत मरावे। सतजुग दा इंसाफ सुनो, जे कोई एक भैड़ा काम करदा सी सारा देश ही मारिया जांदा सी। तो त्रेते नगरी पीड़िए द्वापर वंश को वंश कहावे। त्रेते विच एक माड़ा काम करदा सी नगरी पीड़िया जांदा, द्वापर विच एक दोषी पिछे सारा परिवार खत्म कर दिता जांदा सी। ये चंगा सी, मैं तो कहना चंगा सी, बहुत वधिया। कोई करे ही ना। तो जग जो कलयुग जो फेड़े सो पावे। कलयुग विच जो मंदे काम करेगा वही फल पाएगा। तो पौड़ी 14 पतंजल शास्त्र। शेष नाग पतंजल मथ्या, गुरमुख शास्त्र नाग सुनाई। सो नागां विचों गुरमुख श्रोमणी नाग शेष नाग पतंजल रिखी दा अवतार हो के वेदां नूं विचार के अपने राम वाला पतंजल शास्त्र सुनाया। वेद अथर्बण बोलिया, जोग बिना न भरम चुकाई। तो वेद अथर्बण दी सिक्ख्या है कि जोग कीते बिना भटकना खत्म नहीं हुंदी। तो ज्यो कर मैली आरसी, सिक्कल बिना न मुख दिखलाई। जिवें कि मैले शीशे नूं साफ ते लिशकाए बिना मूँह नज़र नहीं आउंदा। तो जोग पदार्थ निर्मला, अनहद तो अंदर लिव लाई। इसे तरह जोग कीमती है, निर्मल है। तो जो अंदर सुरत जुड़िया ही अनहद धुनी प्राप्त हुंदी है। अपने अपने धर्म दस रहा, अपने अपने धर्म। अष्ट सिद्ध नौ निधि, गुरमुख जोगी चरण लगाई। तो इउं करन नाल 18 सिद्धियां ते 9 निधियां गुरमुख जोगी दे चरनी आ लगदियां हन। ते जुगा की बाशना कलयुग विच पतंजल पाई। तो पतंजल रिखी आखदा है तिन्ने जुगां दी वाशना फल कलयुग विच पा लिया। हथों हथी पाई है भगत जोग दी पूर कमाई। तो ये जोग वाली भगती दी कमाई पूरी है, हथों हथी प्राप्त हो जाती है। नामदान इशनान सुभाई, नाम सिमरन दा ते इशनान सुभावक ही हो जाता है। तो कलयुग विच हिंदू ऋषि मुनि आपो अपने मत दसी जा रहे हैं, भाव रब दी पूरी समझ किसे नू नहीं। कलयुग नाम दान इशनान सो भाई कलयुग विच नाम जपना, इहदा प्रचार करना ते पवित्र रहना। नहाउना है मतलब रोज इशनान करना। पौड़ी 15 जीव दे जन्म मरण दे विचार। जुग जुग मेर शरीर का, बाशना बद्धा आवे जावे। जुग जुग विच जियां दा श्रोमणी जीव मनुख वाशना दा बद्धा जन्म मरण दे चक्कर विच पै जांदा है। फिर वेट वटा फिर वटाइए ज्ञानी होए मरम को पावे। फिर शरीर बदली जाता है, पर कोई ज्ञानवान ही इस भेद नूं पांदा। साजग दूजा धर्म कर, त्रेते विच जोनी फिर आवे। साजुग विच द्वैख ते भरम करके फिर त्रेता विच जूना विच आउंदा है। ते त्रेते कर्मा बांध ते द्वापर विच अवतार करावे। त्रेते विच कर्मा दा बज्झा होया, द्वापर विच फिर जन्म ले लैंदा। द्वापर ममता हंकार होमे अंदर गर्भ लगावे। तो द्वापर विच ममता हंकार होमे विच रहिंदा होया गर्भ विच सड़दा रहिंदा है। तो त्रै जुग के कर्म कर, जन्म मरण संसार ना चुकावे। तिन्ना जुगां दे कर्म कांडा ही कीते, जन्म मरण दा स्वयं ही दूर नहीं होया। फिर कल जुगे अंदर दे धर, कर्मा अंदर फिर वसावे। फिर कलयुग विच शरीर धार के आ गया, फिर अपने कीते कर्मा करके फसिया ही रहा, मुक्त नहीं होया।
ਅਵਸਰ ਚੁੱਕਾ ਹੱਥ ਨਾ ਆਵੇ। ਮਨੁੱਖਾ ਜਨਮ ਦੀ ਬਾਜੀ ਹਾਰਨ ਤੋਂ ਬਾਅਦ ਫਿਰ ਸਮਾਂ ਨਹੀਂ ਮਿਲਦਾ, ਨਰਕਾਂ ਵਿੱਚ ਚਲਾ ਜਾਂਦਾ ਹੈ। ਫਿਰ 4 ਯੁੱਗ ਬਾਅਦ ਵਾਰੀ ਆਵੇਗੀ। ਪੌੜੀ 16। ਕਲਯੁਗ ਨਾਮ ਦੇ ਆਸਰੇ। ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚਲੇ ਨਾ ਕਾਈ। ਕਲਯੁਗ ਦੀ ਘਾਲਣਾ ਦਾ ਹਾਲ ਸੁਣ ਲਓ। ਇਸ ਵਿੱਚ ਕਰਮਾਂ ਦੀ ਕਮਾਈ ਦੀ ਕੋਈ ਗੱਲ ਨਹੀਂ ਚੱਲ ਸਕਦੀ। ਤੋ ਬਿਨ ਭਜਨ ਭਗਵਾਨ ਕੇ, ਭਾਉ ਭਗਤ ਬਿਨ ਠੌਰ ਨ ਥੋਏ। ਸੋਏ ਭਾਈ ਵਾਹਿਗੁਰੂ ਸਿਮਰਨ ਤੋਂ ਬਗੈਰ, ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਵਿੱਚ ਸੁਰਤ ਜੋੜਨ ਤੋਂ ਬਗੈਰ ਅੱਗੇ ਸੱਚਖੰਡ ਬੈਠਣ ਨੂੰ ਜਗ੍ਹਾ ਵੀ ਨਹੀਂ ਮਿਲੇਗੀ। तो नहीं कमाना एत जुग पिछली जुगी करी कमाई। तो पिछले जुगां दी कीती कमाई दा फल इस जुग विच प्राप्त कीता। भाव जे मनुखा जन्म मिलिया है ते ये पिछले जुगां दी कमाई है। सो पाया मानस दे को, इथों चुकिया ठौर न ठाई। ते हुण मनुखा जन्म पा के भगती ना कीती, इथों गलती खा गया तो अगे सचखंड बैठन नूं जगह ही ना मिली। फिर चक्रां च। कलयुग के उपकार सुन, जैसे वेद अथर्पण गाई। तो कलयुग दे उपकार सुन लै, जिस तरह वेद अथर्पण गा के दस रहा है। भाओ भगत प्रमाण है, जग होम ते पुरब कमाई। तो इस युग विच तां प्रेमा भगती ही प्रमाण है, जग ते होम नहीं जो पिछले युगां दी कमाई सी। सो करके नीच सदावना, तां प्रभ लेखे अंदर पाई। परोपकार करके प्रेमा भगती करके अपने आप नूं नीच सदावे, तां वाहिगुरू उसदी कीती कमाई नूं अपने लेखे विच पाउंदा है, बख्शिश करदा है। कलयुग नामे की वडियाई। भाई इस तरह कलयुग विच सब लोग भरम भुलेखे विच पै गए। तो कलयुग नामे की वडियाई। तो कलयुग विच वाहिगुरू नाम जपन दी ही वडियाई है, होर नहीं। पौड़ी 17वीं। तो युग दे बदलन दा प्रभाव है। जो गर्दी जग होवे, उल्ट युग क्या होए वरतारा। भाई युगां दी जदों बदली दा वेला आउंदा है तां युग उल्ट जांदा है। फिर की हुंदा है? कहंदा उल्टे उठे गिलान जगत विच, वरते पाप भ्रिष्ट संसारा। जगत विच गिलानी वैर विरोध दा धुआं ते सड़ांद उठ खड़ाउंदा है। पाप ही पाप धर्म ते सच दे उल्ट फैल जांदा है, जिस नाल संसार भ्रिष्ट जांदा है। जिवें हुण होया पिया, आ देख लो हुण होया ही पिया। वरना वरना भामनी, खै खै जलन बांस अंगियारा। एक वरण नूं दूजा वरण चंगा नहीं लगता। तो जंगल दे वांसां वांग खै खै के लड़ मरदे हन, सड़ मरदे हन। अग निकलदी है, होरनां नूं भी साड़ दिंदी है। निंदा चाले वेद की, समझन न अज्ञान गुब्बारा। सो प्रभु दे ज्ञान दी लोक निंदिया करदे हन। अजकल जिवें हो रही तो बिल्कुल समा होई है। अज्ञानता दे घुप हनेरे कारण किसी नूं कोई कुछ नहीं जानदा। सो वेद ग्रंथ गुर हट है, जिस लग भवजल पार उतारा। परमात्मा दे ज्ञान दा ग्रंथ गुरु नानक दी हट्टी साध संगत विच है, जिस दे चरनी लगन नाल संसार समुंदर तो पार उतर जाईदा है, सचखंड पहुंच जाईदा है। सतगुरु बाज ना बुझीए, जिस चिर धरे ना प्रभ अवतारा। तो सतगुरु तो बगैर रब दी समझ नहीं पैंदी। पर जिन्ना चिर वाहिगुरू आप गुरु बन के जन्म नहीं लैंदा, गुरु लभ्या नहीं मिलदा। परमेश्वर आप मिलांदा, गुरु लभ्या नहीं मिलदा। भाई बड़ी वड्डी गल कही है। तो गुर परमेश्वर एक है, सच्चा शाह जगत बंजारा। गुरु नानक वाहिगुरू एक ही हन। तो वाहिगुरू ही नाम देन वाला सच्चा शाह है, जगत व्यापारी है। तो चढ़े सूर मिट जाए अंधेरा। जिवें सूरज दे चढ़न नाल हनेरा दूर हो जाता है, गुरु दे मिलन नाल अज्ञानता दा हनेरा दूर हो जाता है, शरीर विच प्रकाश हो जाता है। पौड़ी 18। कलयुग बेसमझी दा सागर है। कलयुग बोधू अवतार है, बोध अबोध ना दृष्टि आवे। कलयुग विच बोध अवतार होया।
ਪਰ ਉਸ ਨੂੰ ਗਿਆਨ ਅਗਿਆਨ ਨਜ਼ਰ ਹੀ ਨਹੀਂ ਆਇਆ। ਕੋਏ ਨਾ ਦਿਸੇ ਵਰਜਈ, ਕੋਈ ਕਰੇ ਜੋਈ ਮਨ ਭਾਵੇ। ਸੋ ਕੋਈ ਕਿਸੇ ਨੂੰ ਰੋਕਦਾ ਹੀ ਨਹੀਂ, ਉਹੀ ਕਰਦੇ ਹਨ ਜੋ ਮਨ ਨੂੰ ਚੰਗਾ ਲੱਗਦਾ ਹੈ। ਮਨ ਵਿਕਾਰੀ ਹੈ, ਕਿਰਤ ਕਰਨ ਦਾ ਬਹੁਤ ਸ਼ੌਕੀਨ ਹੈ। ਕਿਸੇ ਪੁਜਾਈ ਸਿਲਾ ਸੁਣ, ਕੋਈ ਗੋਰੀ ਮੜੀ ਪੁਜਾਵੇ। तो भाई कोई पत्थर पूजदा है, बेजान है। कोई कबर मड़ी मसानी पूजदा है, तो तंत्र मंत्र पखंड कर कले क्रोध बहुवाद वधावे। तो जादू टूने दा पखंड करके गुस्सा कलेश ते झगड़े लड़ाइयां बहुत वध गए। सो आपो तापी होए के न्यारे न्यारे भरम चलावे। सब आपो तापी हो के बखरे बखरे धर्म चला रहे हैं। कोई पूजे चंद सूर, कोई धरत आकाश मनावे। कोई चंद्रमा नूं पूजदा है, कोई सूरज नूं पूजदा है। कोई पूर्णमासी ते कोई संगरांद मनाउंदा है। कोई धरती ते कोई आकाश मनाउंदा फिरदा है। पौन पानी बैसंतर है, धर्मराज कोई तृप्त आवे। कोई हवा नूं, कोई वरण देवते पानी नूं, कोई अग्नि देवते नूं ते कोई धर्मराज नूं प्रसन्न करन ते लगे हुए हैं। तो फोकट धर्मी भरम भुलावे। तो फोके ते निकम्मे धर्मां दे भरमां दे भुलेखे विच पए हुए हैं, सिमरन तो भुले हुए हैं, असलीयत तो बहुत दूर हनेरे विच भटक रहे हैं। पौड़ी 19 चल रहा भेखां दा वर्णन है। भई गलान जगत विच चार वर्ण आसरमों पाए। जगत विच बड़ी गंदगी पै गई, चार वर्ण बन गए, खत्री ब्राह्मण खत्री वैश्य शूद्र। चार आश्रम बन गए, ब्रह्मचारी गृहस्थी बानप्रस्थी सन्यासी पैदा हो गए। 10 नाम सन्यासियां, जोगी 12 पंथ चलाए। सन्यासियां दे 10 ते जोगियां दे 12 धर्म चलाए। जंगम ते सरेवड़े दगे दिगंबर वाद कराए। तो जंगम ना गया ने सरेवड़िया ते जैनिया ने झगड़े खड़े कर दिते। सो ब्राह्मण बहु प्रकार कर शास्त्र वेद पुराण लड़ाए। तो ब्राह्मणों ने वेदां ते पुराणा दे वक्खो वखरे सिद्धांतां दी बहस ते चर्चा शुरू करवा दी। तो खट दर्शन बहु वैर कर नाल 36 पखंड रलाए। फिर 6 शास्त्रां दे वक्खो वखरे ज्ञानां विच टाकरा हो गया, जिन्हां विच ब्राह्मण ने अपने कोलों 36 प्रकार दे पखंड रला दिते। तंत मंत्र रसायना करामात कालख लपटाए। जादू टूणे तबीत धागे रसायना तो करामात दी कालख नाल लिबड़ गए। इकसते बहु रूप कर रूप करूपी घने दिखाए। तो एक तो बहुत रूप बना के भले बुरे दसे। तो इकसते बरूप कर रूप कुरूपी घने दिखाने, कल जुगे अंदर भरम भुलाने। सो एक रूप